ਸਤਨਾਮ ਵਾਹਿਗੁਰੂ ਸਾਹਿਬ ਜੀਓ। ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ। ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ। ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਕਰਣੋ ਹੁਤੋ ਸੋ ਨਾ ਕੀਓ ਪਰਿਓ ਲੋਭ ਕੈ ਫੰਦ। ਨਾਨਕ ਸਮਿਓ ਰਮ ਗਇਓ ਅਬ ਕਿਉ ਰੋਵਤ ਅੰਧ। ਕਰਣੋ ਹੁਤੋ ਸੋ ਨਾ ਕੀਓ ਪਰਿਓ ਲੋਭ ਕੈ ਫੰਦ। ਨਾਨਕ ਸਮਿਓ ਰਮ ਗਇਓ ਅਬ ਕਿਉ ਰੋਵਤ ਅੰਧ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ਼ ਸਤਿਗੁਰੂ ਸਰਬ ਕਲਾ ਸਮਰੱਥ ਅੰਤਰਜਾਮੀ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਇਕੱਤਰ ਹੋਏ ਬੈਠੇ ਗੁਰੂ ਸਵਾਰੇ ਸਤ ਸੰਗੀ ਜਨੋ, ਆਪ ਜੀ ਵੱਡ ਭਾਗੀ ਹੋ ਜੋ ਕਿ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਵਚਨ ਹਜ਼ੂਰ ਦੀ ਕਿਰਪਾ ਦੁਆਰਾ ਸਰਵਨ ਕਰਨ ਦਾ ਅਵਸਰ ਪ੍ਰਾਪਤ ਕਰ ਰਹੇ ਹੋ। ਅੱਜ ਦੇ ਪਾਵਨ ਪਵਿੱਤਰ ਦੋਵੇਂ ਹੀ ਸ਼ਲੋਕ 35 ਔਰ 36 ਨੰਬਰ ਹਨ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਇਹਨਾਂ ਪਾਵਨ ਪਵਿੱਤਰ ਬਚਨਾਂ ਵਿੱਚ ਕਿਰਪਾ ਕਰ ਰਹੇ ਨੇ, ਸੁਚੇਤ ਕਰਦੇ ਨੇ ਕਿ ਮਨੁੱਖ ਦੇ ਜੀਵਨ ਦੀਆਂ 3 ਅਵਸਥਾਵਾਂ ਹਨ। ਇੱਕ ਬਚਪਨ ਹੈ, ਇੱਕ ਜਵਾਨੀ ਹੈ ਔਰ ਤੀਸਰੀ ਹੈ ਬੁਢੇਪਾ। ਮਨੁੱਖ ਅਚੇਤ ਪੁਣੇ ਵਿੱਚ, ਨਾ ਸਮਝੀ ਵਿੱਚ ਇਹਨਾਂ ਤਿੰਨੇ ਹੀ ਅਵਸਥਾਵਾਂ ਨੂੰ ਗਵਾ ਦਿੰਦਾ ਹੈ ਔਰ ਇਹਨਾਂ ਬੇਸ਼ਕੀਮਤੀ ਜੀਵਨ ਜੋ ਰਤਨਾਂ ਤੋਂ ਵੀ ਉੱਪਰ ਹੈ, ਇਸ ਅਮੋਲਕ ਹੀਰੇ ਜਨਮ ਨਾਲ ਜਿੱਥੇ ਇਸ ਨੇ ਨਾਮ ਦਾ ਧਨ, ਉੱਚਾ ਜੀਵਨ, ਪਰਮਾਤਮਾ ਦਾ ਪਿਆਰ ਔਰ ਰੱਬ ਦੇ ਘਰ ਦੀਆਂ ਅਮੋਲਕ ਦਾਤਾਂ ਨੂੰ ਆਪਣੀ ਝੋਲੀ ਵਿੱਚ ਪਾਉਣਾ ਸੀ, ਕੇਵਲ ਇੱਕ ਮਾਣ ਵਿੱਚ ਫਸ ਕੇ ਅਣਜਾਣ ਪੁਣੇ ਵਿੱਚ ਇਹ ਸਾਰੀਆਂ ਹੀ ਜੀਵਨ ਦੀਆਂ ਅਵਸਥਾਵਾਂ ਨੂੰ ਕੇਵਲ ਮਿੱਟੀ ਦੀ ਮੁੱਠ ਇਕੱਠੀ ਕਰਨ ਵਾਸਤੇ ਗੁਜ਼ਾਰ ਦਿੰਦਾ ਹੈ। ਸਤਿਗੁਰੂ ਨੇ ਅੱਗੇ ਬਚਨ ਕੀਤੇ, ਇਹਨਾਂ ਅਵਸਥਾਵਾਂ ਵਿੱਚ ਜੋ ਕੁਝ ਇਸ ਨੂੰ ਕਰਨਾ ਚਾਹੀਦਾ ਸੀ
ਉਹ ਕਾਰਜ ਯਾਨੀ ਕਿ ਅਕਾਲ ਪੁਰਖ ਦੇ ਚਰਨਾਂ ਦੀ ਪ੍ਰੀਤ, ਉਹ ਕੰਮ ਤਾਂ ਇਸ ਨੂੰ ਭੁੱਲ ਗਿਆ। ਇਹ ਲੋਭ ਦੀ ਰੱਸੀ ਵਿੱਚ ਬੱਝਾ ਹੋਇਆ ਸੰਸਾਰ ਵਿੱਚ ਇੰਨਾ ਭਟਕ ਗਿਆ ਕਿ ਇਹਦਾ ਬਹੁਤ ਹੀ ਕੀਮਤੀ ਸਮਾਂ ਬਚਪਨ, ਜਵਾਨੀ ਔਰ ਬੁਢੇਪੇ ਦਾ ਪਹਿਲਾ ਹਿੱਸਾ ਜਦੋਂ ਗੁਜ਼ਰ ਗਿਆ ਤੇ ਸਰੀਰ ਦੀ ਅਖੀਰਲੀ ਅਵਸਥਾ ਆਈ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਫਿਰ ਇਹ ਪਛਤਾਉਂਦਾ ਹੈ ਪਰ ਸਮੇਂ ਨੂੰ ਗਵਾ ਦਿੰਦਾ ਹੈ। ਸਤਿਗੁਰੂ ਦੇ ਇਹਨਾਂ ਦੋਹਾਂ ਸ਼ਲੋਕਾਂ ਦੇ ਇਹ ਸੰਖੇਪ ਭਾਵ ਹਨ। ਹਜ਼ੂਰ ਨੇ ਗੁਰਬਾਣੀ ਅੰਦਰ ਮਨੁੱਖ ਦੇ ਸੁੱਤੇ ਹੋਏ ਮਨ ਨੂੰ ਜਗਾਉਣ ਦਾ ਯਤਨ ਕੀਤਾ ਹੈ, ਕਿਉਂਕਿ ਇਹ ਕਦੀ ਵੀ ਆਪਣੀ ਜ਼ਿੰਦਗੀ ਦੀ ਕੀਮਤ ਨੂੰ ਨਹੀਂ ਜਾਣਦਾ। ਇਹ ਕੇਵਲ ਸਮਝਦਾ ਹੈ ਕਿ ਮੈਂ ਇੱਕ ਮਾਸ ਦਾ ਟੁਕੜਾ ਹਾਂ, ਮੇਰੇ ਹੱਥ ਪੈਰ ਹਨ, ਮੇਰਾ ਮਾਤਾ ਪਿਤਾ ਹੈ, ਮੇਰਾ ਘਰ ਹੈ। ਜਿਉਂ ਜਨਮ ਲੈਂਦਾ ਇਸ ਖੂਹ ਦੇ ਦੁਆਲੇ ਘੁੰਮਣ ਲੱਗਦਾ ਹੈ ਔਰ ਸਾਰੀ ਜ਼ਿੰਦਗੀ ਇਹ ਆਪਣੀ ਤ੍ਰਿਸ਼ਨਾ ਦੇ ਖੂਹ ਨੂੰ ਭਰਨ 'ਤੇ ਲਾ ਦਿੰਦਾ ਹੈ। ਪਰ ਇਹ ਤ੍ਰਿਸ਼ਨਾ ਦਾ ਖੂਹ ਉਹ ਹੈ ਜਿਹੜਾ ਅੱਜ ਤੋਂ ਪਹਿਲਾਂ ਕਰੋੜਾਂ ਦੀ ਗਿਣਤੀ ਵਿੱਚ ਮਨੁੱਖ ਇਸ ਧਰਤੀ 'ਤੇ ਆਏ, ਉਹਨਾਂ ਵੀ ਆਪਣੀ ਜ਼ਿੰਦਗੀ ਦੇ ਸੈਂਕੜੇ ਸਾਲ ਇਸ ਤ੍ਰਿਸ਼ਨਾ ਦੇ ਖੂਹ ਨੂੰ ਭਰਨ ਵਾਸਤੇ ਲਾ ਦਿੱਤੇ, ਪਰ ਅਰਬਾਂ ਸਾਲ ਗੁਜ਼ਰ ਗਏ ਨੇ, ਅੱਜ ਤੱਕ ਇਹ ਖੂਹ ਭਰਿਆ ਨਹੀਂ ਗਿਆ। ਉਸੇ ਤਰ੍ਹਾਂ ਤ੍ਰਿਸ਼ਨਾ, ਕਿਉਂਕਿ ਮਨ ਦੀ ਤ੍ਰਿਸ਼ਨਾ ਨੂੰ ਬੁਝਾਉਣਾ, ਕਈ ਵਾਰੀ ਇਹ ਵੀ ਖਿਆਲ ਦਿੱਤਾ ਜਾਂਦਾ ਹੈ ਕਿ ਚਲੋ ਇੱਕ ਵਾਰੀ ਤੁਸੀਂ ਮਨ ਨੂੰ ਜੋ ਕਹਿੰਦਾ ਸੰਤੁਸ਼ਟ ਕਰ ਲਓ ਸੰਸਾਰ ਦੇ ਅੰਦਰ, ਵੀ ਇੱਕ ਵਾਰੀ ਇਹਨੂੰ ਤੁਸੀਂ ਖੁੱਲ੍ਹਾ ਛੱਡ ਦਿਓ। ਸੰਸਾਰ ਵਿੱਚ ਜੋ ਕਹਿੰਦਾ ਖਾਣ ਵਾਸਤੇ, ਵੇਖਣ ਵਾਸਤੇ, ਭੋਗਣ ਵਾਸਤੇ, ਤੁਸੀਂ ਇਹਨੂੰ ਇੱਕ ਵਾਰੀ ਕਰਨ ਦਿਓ। ਪਰ ਇਹ ਵਿਧੀ ਜਿਹੜੀ ਹੈ ਕਿ ਇਹਨੂੰ ਜੋ ਚਾਹੁੰਦਾ ਕਰਨ ਦਿਓ, ਇਹ ਵੀ ਸਾਰੇ ਲੋਕਾਂ ਦੇ ਕੰਮ ਨਹੀਂ ਆਉਂਦੀ, ਕਿਉਂਕਿ ਮਨ ਦੀਆਂ ਮੰਗਾਂ ਨੂੰ ਪੂਰੀਆਂ ਕਰਕੇ ਇਹ ਸੋਚਣਾ ਕਿ ਮਨ ਰੱਜ ਜਾਏਗਾ, ਇਹ ਇਸ ਤਰ੍ਹਾਂ ਦੀ ਮੂਰਖਤਾ ਹੈ ਜਿਵੇਂ ਅੱਗ ਬਲਦੀ ਹੋਵੇ, ਅੱਗ ਦੀਆਂ ਲਾਟਾਂ ਨਿਕਲਦੀਆਂ ਹੋਣ ਤੇ ਕੋਈ ਆਦਮੀ ਕਵੇ ਲਿਆਓ ਲੱਕੜਾਂ ਦੇ ਢੇਰ, ਇਸ ਅੱਗ ਦੇ ਉੱਤੇ ਸਿੱਟੀਏ ਤੇ ਲੱਕੜਾਂ ਨਾਲ ਅੱਗ ਬੁਝ ਜਾਏਗੀ। ਲੱਕੜਾਂ ਨਾਲ ਭਲਾ ਕਦੀ ਅੱਗ ਬੁਝੀ ਹੈ? ਤ੍ਰਿਸ਼ਨਾ ਦੀ ਅਗਨ, ਬੰਦੇ ਦੀ ਵਧੀ ਹੋਈ ਇੱਛਾ ਦੀ ਅਗਨ ਕਦੀ ਵੀ ਪਦਾਰਥਾਂ ਨਾਲ ਬੁਝੇਗੀ ਨਹੀਂ। ਅੱਗ ਦਾ ਵਿਰੋਧੀ ਤੱਤ ਚਾਹੀਦਾ ਹੈ, ਅੱਗ ਲੱਕੜ ਨਾਲ ਨਹੀਂ ਬੁਝਦੀ। ਅੱਗ ਦਾ ਵਿਰੋਧੀ ਤੱਤ ਹੈ ਪਾਣੀ, ਅੱਗ ਦਾ ਵਿਰੋਧੀ ਤੱਤ ਹੈ ਮਿੱਟੀ। ਇਹ ਤੱਤਾਂ ਦੀ ਖੇਡ ਹੈ। ਇਸੇ ਤਰ੍ਹਾਂ ਤ੍ਰਿਸ਼ਨਾ ਦਾ ਵਿਰੋਧੀ ਤੱਤ ਹੈ ਨਾਮ। ਨਾਮ ਹੀ ਤ੍ਰਿਸ਼ਨਾ ਨੂੰ ਬੁਝਾਏਗਾ, ਪਦਾਰਥ ਤ੍ਰਿਸ਼ਨਾ ਨੂੰ ਨਹੀਂ ਬੁਝਾਉਣਗੇ। ਸਭ ਤੋਂ ਪਹਿਲਾਂ ਜ਼ਿੰਦਗੀ ਦਾ ਇੱਕ ਬੜਾ ਹੀ ਗਹਿਨ ਤੇ ਡੂੰਘਾ ਸੂਤਰ ਹੈ ਜਿਹਦੇ ਉੱਤੇ ਤੁਰ ਕੇ ਮਨੁੱਖ ਬਹੁਤ ਸਾਰੇ ਦੁੱਖਾਂ ਤੋਂ ਬਚ ਸਕਦਾ ਹੈ। ਉਹ ਦੁੱਖ ਕਿਹੜੇ ਨੇ? ਉਹ ਸੂਤਰ ਕਿਹੜਾ ਹੈ? ਦੁੱਖ ਹੈ ਨਾ ਸਮਝੀ ਤੇ ਅਗਿਆਨਤਾ। ਅਗਿਆਨਤਾ ਇਹ ਹੈ ਕਿ ਜਿਉਂ ਅਸੀਂ ਜਨਮ ਲੈਂਦੇ ਹਾਂ ਤੇ ਜਨਮ ਲੈਣ ਤੋਂ ਸਾਡੇ ਘਰ ਦਾ ਮਾਹੌਲ ਸਾਨੂੰ ਸਿਖਾਇਆ ਇਹ ਜਾਂਦਾ ਹੈ ਕਿ ਤੁਸੀਂ ਪਦਾਰਥ ਕਿਵੇਂ ਵਧਾਉਣਾ ਹੈ। ਜਿੰਨਾ ਪਦਾਰਥ ਵਧਾਓਗੇ ਓਨੀ ਸ਼ਾਂਤੀ ਆਵੇਗੀ। ਇਹ ਗਲਤ ਗਿਆਨ ਮਨੁੱਖੀ ਮਾਈਂਡ ਵਿੱਚ, ਬੱਚੇ ਦੇ ਮਨ ਵਿੱਚ ਭਰ ਦਿੱਤਾ ਜਾਂਦਾ ਹੈ। ਉਹਦੇ ਅੰਦਰ ਇੱਕ ਸੁੰਦਰ ਜੀਵਨ ਨੂੰ ਇੱਕ ਤ੍ਰਿਸ਼ਨਾ ਦੀ ਲਾਟ ਦੇ ਨਾਲ ਬਾਲ ਦਿੱਤਾ ਜਾਂਦਾ ਹੈ ਔਰ ਉਹਨੂੰ ਸਿਖਾਇਆ ਜਾਂਦਾ ਹੈ। ਗਲਤ ਗਿਆਨ ਉਹਦੇ ਦਿਮਾਗ ਵਿੱਚ ਭਰ ਦਿੱਤਾ ਜਾਂਦਾ ਹੈ ਕਿ ਤੂੰ ਜਿੰਨੇ ਪਦਾਰਥ ਜ਼ਿਆਦਾ ਇਕੱਠੇ ਕਰੇਂਗਾ ਉਹਨਾਂ ਤੈਨੂੰ ਸੁੱਖ ਜ਼ਿਆਦਾ ਮਿਲੇਗਾ। ਕਿਉਂਕਿ ਜਿੰਨੇ ਸਮਝਾਉਣਾ ਸੀ ਉਹ ਵੀ ਤਾਂ ਹੀ ਕਰਦੇ ਰਹੇ। ਉਹਨਾਂ ਨੂੰ ਵਿਰਾਸਤ ਮਿਲੀ ਸੀ ਉਹਨਾਂ ਦੇ ਪਿਓ ਤੋਂ, ਪਿਤਾ ਤੋਂ।
ਦਾਦੇ ਤੋਂ ਸਿੱਖਿਆ ਸੀ, ਪਿਤਾ ਤੋਂ ਸਿੱਖਿਆ ਸੀ, ਪੜਦਾਦੇ ਤੋਂ ਸਿੱਖਿਆ ਸੀ। ਪਰ ਉੱਥੇ ਇੱਕ ਗਿਆਨ ਗੁਰੂ ਗ੍ਰੰਥ ਸਾਹਿਬ ਦਾ ਜੇ ਦਿੱਤਾ ਜਾਂਦਾ ਤੇ ਉਹ ਗਿਆਨ ਹੋਰ ਸੀ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਕਿਹਾ ਕਿ ਤੈਨੂੰ ਜੀਵਨ ਮਿਲਿਆ, ਪਦਾਰਥ ਵਾਸਤੇ ਮਿਹਨਤ ਕਰ, ਪਦਾਰਥ ਵਾਸਤੇ ਕਿਰਤ ਕਰ, ਪਰ ਇਸ ਕਿਰਤ ਦਾ ਸਮਾਂ ਬੰਧ ਲੈ। ਤੂੰ ਕਿੰਨਾ ਚਿਰ ਸੰਸਾਰ ਲਈ ਕਿਰਤ ਕਰਨੀ ਹੈ ਤੇ ਕਿੰਨਾ ਸਮਾਂ ਰੱਬ ਦੇ ਪਿਆਰ ਵਿੱਚ ਕੱਢਣਾ ਹੈ। ਇਹ ਸੀ ਸਹੀ ਜੀਵਨ ਜੁਗਤ। ਸੰਸਾਰ ਨੇ ਜੋ ਜੁਗਤ ਦਿੱਤੀ ਉਹ ਹੈਰਾਨੀਕੁਨ ਸੀ, ਉਹ ਦੁੱਖ ਵਿੱਚ ਪਾਉਣ ਵਾਲੀ ਸੀ। ਉਹਨੇ ਕਿਹਾ ਵੀ ਸਵੇਰੇ ਉਠੋ, ਜਿੰਨਾ ਚਿਰ ਤੁਹਾਡਾ ਸਰੀਰ ਚੱਲਦਾ ਉਹਨਾਂ ਚਿਰ ਕੰਮ ਕਰੋ, ਜਦੋਂ ਥੱਕ ਜਾਓ ਤੇ ਡਿੱਗ ਪਾਓ, ਸੌਂ ਜਾਓ, ਸਵੇਰੇ ਫਿਰ ਜਾਗੋ ਤੇ ਸਵੇਰੇ ਫਿਰ ਕੰਮ ਕਰੋ। ਉਹਨੇ ਸਿਖਾਇਆ। ਗੁਰੂ ਸਾਹਿਬ ਨੇ ਕਿਹਾ ਨਹੀਂ, ਲੋੜ ਅਨੁਸਾਰ ਕੰਮ ਵੀ ਕਰ, ਕਿਉਂਕਿ ਤੈਨੂੰ ਸਰੀਰ ਪਰਮਾਤਮਾ ਨੇ ਦਿੱਤਾ ਹੈ, ਹੱਥ ਦਿੱਤੇ ਨੇ, ਪੈਰ ਦਿੱਤੇ ਨੇ, ਅੱਖਾਂ ਦਿੱਤੀਆਂ ਨੇ। ਤੇਰੇ ਸਰੀਰ ਨੂੰ ਖਾਣੇ ਪੀਣੇ ਦੀ ਲੋੜ ਹੈ, ਕੱਪੜੇ ਦੀ ਲੋੜ ਹੈ, ਮਕਾਨ ਦੀ ਲੋੜ ਹੈ। ਤੇਰਾ ਪਰਿਵਾਰ ਹੈ, ਤੇਰੇ ਬੱਚੇ ਨੇ, ਉਹਨਾਂ ਨੂੰ ਵੀ ਉਹਨਾਂ ਦੀਆਂ ਜ਼ਰੂਰਤਾਂ ਨੇ। ਉਹਨਾਂ ਵਾਸਤੇ ਸਮਾਂ ਕੱਢ। ਔਰ ਸਤਿਗੁਰੂ ਨੇ ਪੂਰਾ ਸਮਾਂ ਦਿੱਤਾ। ਵੇਖੋ, ਅਸੀਂ ਕਈ ਵਾਰੀ ਕਹਿੰਦੇ ਹਾਂ ਸੁੱਖ ਸਾਰੇ ਬੰਦਾ ਗੁਰੂ ਕੋਲੋਂ ਮੰਗਦਾ, ਫਿਰ ਵੀ ਗੁਰੂ ਕਿੰਨਾ ਬਖਸ਼ਣਹਾਰ ਹੈ। ਉਹ ਇਹ ਨਹੀਂ ਕਹਿੰਦਾ ਵੀ ਤੇਰੇ ਕੋਲ 24 ਘੰਟੇ ਨੇ ਤੇ 20 ਘੰਟੇ ਮੇਰੇ ਕੋਲ ਬੈਠਾ ਰਹੇ ਤੇ ਤਾਂ ਮੈਂ ਤੇਰੀ ਅਰਦਾਸ ਸੁਣਾਂਗਾ। ਗੁਰੂ ਕਿੰਨਾ ਬਖਸ਼ਣਹਾਰ ਹੈ, ਕਿੰਨਾ ਰਹਿਮਤਵਾਨ ਹੈ, ਕਿਉਂ ਇਹ ਵੀ ਪ੍ਰਵਾਨ ਕਰ ਲੈਂਦਾ ਹੈ ਵੀ ਜਾ ਤੂੰ ਸੰਸਾਰ ਵਾਸਤੇ 20-21 ਘੰਟੇ ਲਾ ਦੇ ਤੇ ਮੇਰੇ ਵਾਸਤੇ ਸਿਰਫ 2-3 ਘੰਟੇ ਕੱਢ ਲਈ, ਤਾਂ ਵੀ ਮੈਂ ਤੇਰੀ ਲੋਕ ਪਰਲੋਕ ਦੀਆਂ ਖੁਸ਼ੀਆਂ ਨਾਲ ਝੋਲੀ ਭਰ ਦਿਆਂਗਾ। ਹੈ ਨਾ ਇਹਦੇ ਵਿੱਚ ਬਖਸ਼ਿਸ਼। ਪਰ ਇਹ ਸੰਸਾਰ ਦੀ ਜਿਹੜੀ ਸਮਝ ਸੀ, ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਵਾਰ-ਵਾਰ ਕਹਿੰਦੇ ਨੇ ਕਿ ਮਨੁੱਖ ਦੇ ਮਨ ਦੇ ਵਿੱਚ ਲੋਭ ਦਾ ਟੀਕਾ ਲਾਇਆ ਜਾਂਦਾ ਜਨਮ ਤੋਂ ਲੈ ਕੇ। ਉਹ ਲੋਭ ਦਾ ਜ਼ਹਿਰ ਅੰਦਰ ਵੱਧਦਾ ਜਾਂਦਾ ਹੈ, ਸਾਰੇ ਜੀਵਨ ਨੂੰ ਘੇਰ ਲੈਂਦਾ ਹੈ। ਲੋਭ ਇੱਕ ਅਮਰ ਵੇਲ ਵਰਗਾ ਹੈ। ਅਮਰ ਵੇਲ ਪੀਲੇ ਰੰਗ ਦੀ ਵੇਲ ਹੁੰਦੀ ਹੈ। ਭਾਵੇਂ 100 ਫੁੱਟ ਉੱਚਾ ਰੁੱਖ ਹੋਵੇ, ਬੜੀ ਉਹਦੇ ਵਿੱਚ ਤੰਦਰੁਸਤੀ, ਉਹਦੇ ਪੱਤੇ ਹਰੇ, ਉਹਦੀ ਛਾਂ ਸੰਘਣੀ, ਬੜਾ ਸੋਹਣਾ ਲੱਗਦਾ ਹੈ। ਤੇ ਅਮਰ ਵੇਲ ਦੀਆਂ 4 ਕੁ ਤਾਰਾਂ ਉਹਦੇ ਉੱਤੇ ਸਿੱਟ ਦਿਓ, ਉਹ ਤਾਰਾਂ ਬਿਨਾਂ ਜੜ੍ਹ ਤੋਂ ਫੈਲਣ ਲੱਗ ਪੈਂਦੀਆਂ ਨੇ। ਸਿਰਫ ਇੱਕੋ ਹੀ ਬੂਟੀ ਹੈ ਸ਼ਾਇਦ ਇਸ ਧਰਤੀ ਦੀ, ਜਿਹਨੂੰ ਅਮਰ ਵੇਲ ਕਹਿੰਦੇ ਨੇ। ਅਮਰ ਵੇਲ ਇੱਕ ਤਾਰਾਂ ਹੁੰਦੀਆਂ ਨੇ ਪੀਲੇ ਰੰਗ ਦੀਆਂ, ਉਹਨਾਂ ਨੂੰ ਜ਼ਮੀਨ 'ਤੇ ਜੜ੍ਹ ਦੀ ਲੋੜ ਨਹੀਂ ਹੁੰਦੀ। ਉਹਨਾਂ ਨੂੰ ਕਿਸੇ ਰੁੱਖ ਦੇ ਉੱਤੇ ਟੰਗ ਦਿਓ, ਉਹ ਸਹਿਜੇ ਸਹਿਜੇ ਰੁੱਖ ਦੇ ਉੱਤੇ ਜਾਲ ਪਾਉਣਾ ਸ਼ੁਰੂ ਕਰ ਦਿੰਦੀਆਂ। ਉਹਨੂੰ ਅਮਰ ਵੇਲ ਕਹਿੰਦੇ ਨੇ। ਉਹਨੂੰ ਜੜ੍ਹ ਦੀ ਜ਼ਰੂਰਤ ਨਹੀਂ। ਆਮ ਤੌਰ 'ਤੇ ਪਹਿਲਾਂ ਕਿੱਕਰ ਦੇ ਰੁੱਖਾਂ ਦੇ ਉੱਤੇ ਇਹ ਅਮਰ ਵੇਲ ਪਾਈ ਜਾਂਦੀ ਸੀ। ਔਰ ਇਹ ਅਮਰ ਵੇਲ ਜਿਹਦੀਆਂ 2 ਕੁ ਤਾਰਾਂ ਨੇ, ਸਹਿਜੇ ਸਹਿਜੇ ਵੱਧਦੀ ਉਸ ਸਾਰੇ ਦੇ ਸਾਰੇ ਰੁੱਖ ਨੂੰ ਆਪਣੀ ਗ੍ਰਿਫਤ ਵਿੱਚ ਲੈ ਲੈਂਦੀ, ਆਪਣੀ ਬੁੱਕਲ ਵਿੱਚ ਲੈ ਲੈਂਦੀ ਏ। ਤੇ ਫਿਰ ਇਸ ਅਮਰ ਵੇਲ ਦੀ ਇੱਕ ਤਸੀਰ ਹੈ, ਉਹ ਜਿਹੜੇ ਰੁੱਖ ਨੂੰ ਘੇਰਦੀ ਉਹਨੂੰ ਸਹਿਜੇ ਸਹਿਜੇ ਸੁਕਾ ਦਿੰਦੀ ਹੈ। ਤ੍ਰਿਸ਼ਨਾ ਕੀ ਹੈ? ਤ੍ਰਿਸ਼ਨਾ ਅਮਰ ਵੇਲ ਹੈ। ਔਰ ਇਹ ਅਮਰ ਵੇਲ ਬਿਨਾਂ ਜੜ੍ਹ ਤੋਂ ਵਧੀ ਜਾਂਦੀ ਹੈ, ਬਿਨਾਂ ਜੜ੍ਹ ਤੋਂ ਵਾਧਾ ਕਰਦੀ। ਸਹਿਜੇ ਸਹਿਜੇ ਬੰਦੇ ਦੇ ਸਾਰੇ ਜੀਵਨ ਨੂੰ ਤ੍ਰਿਸ਼ਨਾ ਦੀ ਇਹ ਅਮਰ ਵੇਲ 4 ਪਾਸਿਓਂ ਘੇਰ ਲੈਂਦੀ ਏ। ਤੇ ਉਹ ਸਮਾਂ ਆਉਂਦਾ ਜਦੋਂ ਇਹਦੀ ਜ਼ਿੰਦਗੀ ਦਾ ਸਾਰਾ ਰਸ ਚੂਸ ਕੇ ਇਹਨੂੰ ਸੁੱਕੇ ਹੋਏ ਕਿੱਕਰ ਵਾਂਗ ਧਰਤੀ 'ਤੇ ਖੜਾ ਕਰ ਦਿੰਦੀ। ਉਸ ਤੋਂ ਬਚਾਉਣ ਲਈ ਉਪਰਾਲਾ ਕਰ ਰਹੇ ਗੁਰੂ ਤੇਗ ਬਹਾਦਰ ਸਾਹਿਬ। ਇੱਕ ਬੇਨਤੀ ਕਰਾਂ, ਧਰਮ ਨੂੰ ਕਦੀ ਸਮਾਂ ਪਾਸ ਕਰਨ ਵਾਲੀ ਚੀਜ਼ ਨਾ ਸਮਝਣਾ। ਧਰਮ ਨੂੰ ਕਦੀ ਨਾ ਸਮਝਣਾ ਵੀ ਰਵਾਇਤ ਹੈ, ਕੇਵਲ ਪਰੰਪਰਾ ਹੈ, ਕੇਵਲ ਕਿ ਇੱਕ ਸ਼ੁਰੂ ਤੋਂ ਚੱਲਿਆ ਆ ਰਿਹਾ ਹੈ। ਪਹਿਲਾਂ ਕਾਜੀ ਸਨ, ਮੁੱਲਾ ਸਨ, ਫਿਰ ਪੰਡਤ ਆ ਗਏ, ਫਿਰ ਕਥਾਵਾਚਕ ਕੀਰਤਨੀਏ ਆ ਗਏ। ਇਹ ਨਹੀਂ। ਅਸੀਂ ਬਣਾਇਆ ਹੋਵੇ ਤੇ ਸਾਡੀ ਜ਼ਿੰਦਗੀ ਦਾ ਇਹ ਗਲਤ ਰਸਤਾ ਹੈ। ਧਰਮ ਸਮਾਂ ਪਾਸ ਕਰਨ ਲਈ ਨਹੀਂ, ਧਰਮ ਰਵਾਇਤ ਨਹੀਂ, ਧਰਮ ਕੋਈ ਪਰੰਪਰਾ ਨਹੀਂ। ਧਰਮ ਬੰਦੇ ਦਾ ਜੀਵਨ ਹੈ। ਉਹਦੇ ਤੋਂ ਬਿਨਾਂ ਜੀਵਨ ਪਸ਼ੂ ਤੋਂ ਵੀ ਨੀਵਾਂ ਚਲਾ ਜਾਂਦਾ ਹੈ। ਇਸ ਕਰਕੇ ਸਤਿਗੁਰੂ ਵਾਰ-ਵਾਰ ਇਹਨਾਂ ਸਲੋਕਾਂ ਦੇ ਵਿੱਚ ਆਦਮੀ ਨੂੰ ਜਗਾਉਂਦੇ ਨੇ ਕਿ ਦੇਖ, ਤੇਰੇ ਕੋਲੋਂ ਤੇਰਾ ਇੱਕ ਇੱਕ ਸਵਾਸ ਕੀਮਤੀ ਹੀਰਾ
ਤੇਰੇ ਹੱਥਾਂ ਦੇ ਵਿੱਚੋਂ ਨਿਕਲਦਾ ਜਾ ਰਿਹਾ, ਜਿਹਦੀ ਤੈਨੂੰ ਸਮਝ ਨਹੀਂ। ਸਵੇਰੇ ਉੱਠਣਾ, ਸ਼ਾਮ ਹੋ ਜਾਂਦੀ ਏ, ਸ਼ਾਮ ਹੋ ਜਾਂਦੀ ਏ, ਸਵੇਰਾ ਆ ਜਾਂਦਾ, ਫਿਰ ਸ਼ਾਮ, ਫਿਰ ਸਵੇਰਾ। ਇਸ ਤਰ੍ਹਾਂ ਸਾਰੀ ਜ਼ਿੰਦਗੀ ਦੇ ਅਮੁੱਲ ਸਵਾਸ ਕੇਵਲ ਬਾਹਰਮੁਖੀ ਹੋ ਕੇ ਪਦਾਰਥ ਵਾਸਤੇ ਗੁਜ਼ਾਰੀ ਜਾ ਰਹੇ ਹੈ। ਤੇਰੇ ਅੰਦਰ ਜਿਹੜੇ ਨਾਮ ਦੇ ਹੀਰੇ ਨੇ ਉਹਨਾਂ ਦਾ ਵਪਾਰ ਕਰ। ਹੁਣ ਜਿਹੜਾ ਜਾਗਿਆ ਨਹੀਂ ਉਹ ਵਪਾਰ ਕਿਵੇਂ ਕਰੇਗਾ? ਕਿਸੇ ਵਪਾਰ ਦਾ, ਕੋਈ ਵੀ ਦੁਨੀਆ ਵਿੱਚ ਬਿਜ਼ਨਸ ਹੈ, ਜਦੋਂ ਅਸੀਂ ਉਹਨੂੰ ਵੇਖਾਂਗੇ ਤਾਂ ਹੀ ਸ਼ੌਂਕ ਜਾਗੇਗਾ ਨਾ ਕਰਨ ਦਾ। ਤੁਸੀਂ ਕਦੀ ਵੇਖਣਾ ਬੰਦਾ ਬਾਜ਼ਾਰ ਵਿੱਚ, ਸੰਸਾਰ ਦੇ ਵਿੱਚ ਜਦੋਂ ਅਸੀਂ ਵਿਚਰਨੇ ਹਾਂ ਤੇ ਅਸੀਂ ਜਦੋਂ ਬਾਜ਼ਾਰ ਵਿੱਚ ਵੇਖਾਂਗੇ ਫਲਾਣੇ ਬੰਦੇ ਨੇ ਇਹ ਫੈਕਟਰੀ ਲਾਈ, ਇਹਦੇ ਵਿੱਚ ਇਹਨੂੰ ਬੜਾ ਲਾਭ ਹੋਇਆ, ਤੇ ਉਸੇ ਵੇਲੇ ਮਨ ਵਿੱਚ ਸ਼ੌਂਕ ਜਾਗੇਗਾ ਕਿ ਮੈਂ ਵੀ ਇਹ ਕਰਕੇ ਵੇਖਾਂ। ਫਲਾਣੇ ਆਦਮੀ ਨੇ ਦੁਕਾਨ ਖੋਲੀ, ਉਹਨੂੰ ਲਾਭ ਬੜਾ, ਉਹ ਧਨਵਾਨ ਹੋ ਗਿਆ, ਮੈਂ ਵੀ ਇਹ ਦੁਕਾਨ ਖੋਲ੍ਹ ਕੇ ਵੇਖਾਂ। ਜਿੰਨੇ ਕਾਰਜ ਨੇ ਸੰਸਾਰ ਦੇ, ਅਸੀਂ ਕਹਿੰਦੇ ਫਲਾਣਾ ਜਿਹੜਾ ਵਿਦਿਆਰਥੀ ਸੀ ਉਹਨੇ ਇਹ ਡਿਪਲੋਮਾ ਕੀਤਾ, ਇਹ ਡਿਗਰੀ ਲਈ ਏ, ਤੇ ਉਹ ਫਲਾਣੇ ਅਹੁਦੇ 'ਤੇ ਚਲਾ ਗਿਆ, ਮੈਂ ਵੀ ਕਰਕੇ ਵੇਖਾਂ। ਇਸ ਤਰ੍ਹਾਂ ਉਸ ਨਾਮ ਦੇ ਹੀਰੇ ਦੀ, ਪਰਮਾਤਮਾ ਦੀ ਯਾਦ ਦੀ ਔਰ ਉੱਚੇ ਜੀਵਨ ਦੀ ਦਾਤ ਪ੍ਰਾਪਤ ਕਰਨ ਦਾ ਸ਼ੌਂਕ ਵੀ ਉਦੋਂ ਜਾਗੇਗਾ ਜਦੋਂ ਕਿਸੇ ਅਸੀਂ ਪ੍ਰਾਪਤੀ ਵਾਲੇ ਗੁਰਮੁਖਾਂ ਦੀ ਸੰਗਤ ਕਰਾਂਗੇ, ਵੇਖਾਂਗੇ ਇਹਨੂੰ ਪ੍ਰਾਪਤ ਹੋਇਆ। ਸ਼ੌਂਕ ਕਿਉਂ ਨਹੀਂ ਜਾਗਦਾ? ਸ਼ੌਂਕ ਕਿਉਂ ਨਹੀਂ ਜਾਗਦਾ? ਇੱਕ ਇਬਾਦਤਗਾਹ ਸੀ, ਉਹਦੇ ਵਿੱਚ 50 ਦੀਵੇ ਬੁੱਝੇ ਪਏ ਸਨ। ਤੁਸੀਂ ਵੇਖਿਆ ਹੋਣਾ ਬੁੱਝੇ ਦੀਵੇ ਦੀ ਹਾਲਤ ਕੀ, ਬੁੱਝਾ ਹੋਇਆ ਦੀਵਾ, ਤੇ ਜਿਹੜਾ ਆਉਂਦਾ ਸੀ ਬੁੱਝੇ ਉੱਥੇ ਰੱਖੀ ਜਾਂਦੇ ਸੀ। ਹੁਣ ਜਗਣ ਦਾ ਤੇ ਪਤਾ ਹੀ ਨਹੀਂ, ਸਾਰੇ ਬੁੱਝੇ ਹੋਏ ਦੀਵੇ। ਸਾਨੂੰ ਧਰਮ ਦਾ ਸ਼ੌਂਕ ਜਾਗੀ ਤਾਂ ਨਹੀਂ, ਅਸੀਂ ਧਰਮ ਦੇ ਸੰਬੰਧ ਵਿੱਚ ਨੀਂਦ ਵਿੱਚ ਹੀ ਤਾਂ ਹਾਂ। ਸਾਰੇ ਧਾਰਮਿਕ ਲੋਕ ਬਹੁਤਾਤ ਦੇ ਵਿੱਚ 95% ਧਾਰਮਿਕ ਸੁਭਾਵਾਂ ਵਿੱਚ ਜਾਂ ਸੌਂਦੇ ਨੇ ਜਾਂ ਖਿਆਲਾਂ ਵਿੱਚ ਪੈ ਰਹਿੰਦੇ ਨੇ, ਜਾਂ ਇੱਧਰ ਉੱਧਰ ਵੇਖਦੇ ਨੇ, ਜਾਂ ਵੇਖਦੇ ਨੇ ਮੱਥਾ ਟੇਕਣ ਕੌਣ ਆਇਆ, ਗਿਆ ਕੌਣ ਹੈ, ਕੱਪੜੇ ਕਿੰਨੇ ਪਾਏ ਨੇ, ਦਰਬਾਰ ਕਿਵੇਂ ਦਾ ਹੈ, ਆਹ ਕੀ ਹੈ, ਉਹ ਕੀ, ਕਿਉਂ ਹੈ? ਕਿਉਂਕਿ ਤੁਸੀਂ ਕਦੀ ਵੇਖਣਾ ਸਕੂਲ ਦੇ ਵਿੱਚ ਜਿਹੜਾ ਨਲਾਇਕ ਵਿਦਿਆਰਥੀ ਹੈ, ਉਹ ਸਕੂਲ ਦੇ ਵਿੱਚ ਲੱਗੇ ਹੋਏ ਜਿਹੜੇ ਰੁੱਖ ਨੇ ਉਹਨਾਂ ਨੂੰ ਗਿਣੀ ਜਾਏਗਾ, ਰੁੱਖ ਕਿੰਨੇ ਨੇ। ਜਿਹੜਾ ਨਲਾਇਕ ਵਿਦਿਆਰਥੀ ਹੈ ਸਵੇਰ ਤੋਂ ਸ਼ਾਮ ਤੱਕ ਕੀ ਕਰਦਾ? ਕਮਰੇ ਹੀ ਗਿਣਦਾ ਵੀ ਕਿੰਨੇ ਨੇ ਸਕੂਲ ਦੇ, ਟੀਚਰ ਕਿੰਨੇ ਨੇ, ਸਕੂਲ ਦਾ ਮੂੰਹ ਕਿਹੜੇ ਪਾਸੇ ਵੇ। ਫਲਾਣਾ ਵਿਦਿਆਰਥੀ ਜਦੋਂ ਸਕੂਲ ਆਉਂਦਾ ਉਹ ਕਿਹੜੇ ਕੱਪੜੇ ਪਾ ਕੇ ਆਇਆ, ਕਿੱਧਰ ਨੂੰ ਆਇਆ, ਉਹ ਇਹਨਾਂ ਖਿਆਲਾਂ ਵਿੱਚ ਫਸਿਆ ਰਹੇਗਾ। ਨਿਸ਼ਾਨੀ ਕੀ ਹੈ? ਇਹ ਵਿਦਿਆਰਥੀ ਪੜ੍ਹਨ ਵਾਸਤੇ ਤਿਆਰ ਨਹੀਂ ਹੈ। ਪਰ ਜਿਹੜਾ ਵਿਦਿਆ ਵਾਲਾ ਵਿਦਿਆਰਥੀ ਹੈ, ਜਿਹੜਾ ਵਿਦਿਆ ਦੇ ਉੱਤੇ ਕੰਮ ਕਰ ਰਿਹਾ ਸਕੂਲ ਦੇ ਅੰਦਰ, ਤੁਸੀਂ ਕਦੀ ਵੇਖਣਾ ਕਈ ਵਾਰੀ ਉਹਨੂੰ ਦੂਜੇ ਦੱਸਦੇ ਨੇ ਕੱਪੜੇ ਪੁਰਾਣੇ ਪਾ ਕੇ ਆ ਗਏ ਸਕੂਲ ਵਿੱਚ, ਕਿਉਂਕਿ ਘਰ ਹੋਮਵਰਕ, ਘਰ ਦਾ ਕੰਮ ਵੀ ਇੰਨਾ ਕਰਦਾ ਸੀ ਧਿਆਨ ਨਾਲ ਕਿ ਜਦੋਂ ਉੱਠ ਕੇ ਸਕੂਲ ਵੱਲ ਤੁਰਿਆ ਉਹਨੂੰ ਆਪਣੇ ਕੱਪੜੇ ਬਦਲਣੇ ਵੀ ਯਾਦ ਨਹੀਂ ਰਹੇ, ਪੁਰਾਣੇ ਪਾ ਕੇ ਆ ਗਿਆ। ਗੁਰਦੁਆਰੇ ਵਿੱਚ, ਮੰਦਰ ਵਿੱਚ ਬੰਦਾ ਕਰਦਾ ਕੀ ਹੈ? ਕੱਪੜੇ ਤੇ ਬਦਲ ਕੇ ਆਉਂਦਾ, ਹੋਰ ਕੀ ਆਉਂਦਾ ਹੈ। ਇਸ ਥਾਂ ਤੇ ਜਿੰਨਾ ਚਿਰ ਆਦਮੀ ਕੰਮ ਵੱਲ ਧਿਆਨ ਨਹੀਂ ਦਿੰਦਾ, ਸਾਰੇ ਦੇ ਸਾਰੇ ਧਾਰਮਿਕ, ਅਸੀਂ ਕਹਿੰਦੇ ਹਾਂ ਧਾਰਮਿਕ ਥਾਵਾਂ ਦੇ ਵਿੱਚ ਝਗੜੇ ਕਿਉਂ, ਕੀ ਕਾਰਨ ਹੈ? ਇਹਦਾ ਹੋਰ ਕੋਈ ਕਾਰਨ ਨਹੀਂ। ਜਿਸ ਸਕੂਲ ਵਿੱਚ ਵਿਦਿਆਰਥੀ ਪੜ੍ਹਾਈ ਵੱਲ ਧਿਆਨ ਨਾ ਦੇਣ, ਉੱਥੇ ਲੜਨਾ ਹੀ ਹੁੰਦਾ, ਹੋਰ ਕੀ ਹੁੰਦਾ ਹੈ। ਲੜਾਈ ਦਾ ਕਾਰਨ ਹੀ ਇਹ ਹੈ। ਧਾਰਮਿਕ ਬੰਦੇ ਦੀ ਲੜਾਈ ਦਾ ਹੀ ਕਾਰਨ ਇਹ ਹੈ ਕਿ ਕਰਨੋ ਹੁਤੋ ਸੋ ਨਾ ਕੀਓ। ਇਹ ਤੁਕ ਨੂੰ ਯਾਦ ਰੱਖ ਲਈਏ। ਜਿੱਥੇ ਵੀ ਧਾਰਮਿਕ ਵਿਅਕਤੀ ਹੋਵੇਗਾ, ਅਸੀਂ ਕਈ ਵਾਰੀ ਕਹਿ ਦਿੰਦੇ ਹਾਂ ਫਲਾਣਾ ਬੰਦਾ ਗੁਰਦੁਆਰੇ ਵੀ ਜਾਂਦਾ ਹੈ, ਪਾਠ ਵੀ ਕਰਦਾ ਹੈ, ਅੰਮ੍ਰਿਤ ਵੀ ਛਕਿਆ ਹੈ, ਪੰਡਤ ਗਾਇਤਰੀ ਵੀ ਪੜ੍ਹਦਾ ਪਿਆ, ਸੇਵਾ ਵੀ ਬੜੀ ਕਰਦਾ ਹੈ, ਦਾਨ ਵੀ ਬੜਾ ਕਰਦਾ ਹੈ, ਤੇ ਜੀਵਨ ਦਾ ਪਾਸਾ, ਜੀਵਨ ਦੀ ਕਿਤਾਬ ਖੋਲ੍ਹ ਕੇ ਵੇਖੋ, ਜਿੰਨਾ ਕ੍ਰੋਧੀ ਇਹ ਹੈ ਉਹਨਾਂ ਹੋਰ ਕੋਈ ਵੀ ਨਹੀਂ, ਜਿੰਨਾ ਲੋਭੀ ਇਹ ਹੈ ਉਹਨਾਂ ਹੋਰ ਕੋਈ ਨਹੀਂ। ਕਿਉਂ? ਤੇ ਅਸੀਂ ਦੋਸ਼ ਕੱਢ ਦਿੰਦੇ ਹਾਂ ਹੁਣ ਧਰਮ ਕੋਈ ਨਹੀਂ ਰਿਹਾ, ਹੋਰ ਲੱਭੀਏ ਕੋਈ। ਧਰਮ ਵਿੱਚ ਨੁਕਸ ਨਹੀਂ ਹੈ। ਜਿਸ ਸਕੂਲ ਦੇ ਵਿੱਚ ਬੱਚੇ ਪੜ੍ਹਨਗੇ ਨਾ, ਉੱਥੇ ਹੋਵੇਗਾ ਕਿ ਉੱਥੇ ਟੋਲੀਆਂ ਬਣਾ ਕੇ ਲੜਨਗੇ, ਇੱਕ ਦੂਜੇ ਦੇ ਕੱਪੜੇ ਪਾੜਨਗੇ। ਉਹ ਧਾਰਮਿਕ ਬੰਦੇ ਲੜ ਕਿਉਂ ਰਹੇ ਨੇ, ਕਿਉਂ ਨੇ ਕਲੇਸ਼ ਵਿੱਚ? ਉਹਦਾ ਕਾਰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਕਰਨੋ ਹੁਤੋ ਸੋ ਨਾ ਕੀਓ। ਧਾਰਮਿਕ ਬੰਦੇ ਦਾ ਕੰਮ ਸੀ ਆਪਣੇ ਅੰਦਰ ਨੂੰ ਜਗਾ ਕੇ ਸ਼ਬਦ ਦੁਆਰਾ ਉਸ ਰੱਬ, ਉਸ ਤਾਕਤ ਦੇ ਨਾਲ ਸਾਂਝ ਪਾਉਣੀ। ਜਦੋਂ ਧਰਮੀ ਬੰਦਾ ਭੇਖ ਪਾ ਲੈਂਦਾ,
उस पासे ਵੱਲ ਤੁਰਦਾ नहीं, उस वेल पुणे ਵਿੱਚ ਇਹ ਸਾਰਾ ਕੁਝ ਪੈਦਾ ਹੁੰਦਾ ਹੈ। ਸੰਸਾਰੀ ਤੇ ਕਲੇਸ਼ ਵਿੱਚ ਡਿੱਗਾ ਹੀ ਹੈ, ਅਜੇ ਉਹਦੇ ਵਿੱਚ ਇੱਕ ਲਾਹ ਹੈ, ਕਿਉਂਕਿ ਉਹ ਸੰਸਾਰ ਵਿੱਚ ਰੁੱਝਾ ਰਹਿੰਦਾ ਹੈ, ਸੰਸਾਰ ਵਿੱਚ ਬਿਜੀ ਰਹਿੰਦਾ ਹੈ। ਉਹਦੇ ਤੇ ਸਾਰੇ ਰਸਤੇ ਖੁੱਲੇ ਹੋਏ ਨੇ। ਉਹ ਸੰਸਾਰ ਦਾ ਉਹ ਸ਼ਾਮ ਨੂੰ ਨਸ਼ਾ ਵੀ ਕਰ ਲਏਗਾ, ਉਹ ਕਿਸੇ ਥਾਂ ਤੇ ਥੀਏਟਰ ਵਿੱਚ ਵੀ ਚਲਾ ਜਾਏਗਾ, ਉਹ ਕਲੱਬ ਵਿੱਚ ਵੀ ਚਲਾ ਜਾਏਗਾ। ਭਾਵੇਂ ਉਹ ਮਾੜੇ ਰੁਝਾਨ ਨੇ, ਉਹ ਗਲਤ ਰਸਤੇ ਨੇ, ਪਰ ਉਹਦਾ ਸਮਾਂ ਉੱਥੇ ਵਿਅਸਤ ਹੋ ਜਾਏਗਾ, ਬਿਜੀ ਹੋ ਜਾਏਗਾ। ਇਸ ਕਰਕੇ ਉਹ ਸ਼ਾਂਤ ਪ੍ਰਤੀਤ ਹੁੰਦਾ ਹੈ। ਸ਼ਾਂਤ ਉਹ ਵੀ ਨਹੀਂ, ਉਹ ਬੇਹੋਸ਼ ਹੈ। ਉਹਨੂੰ ਸ਼ਾਂਤ ਨਹੀਂ ਕਹਿਣਾ ਚਾਹੀਦਾ। ਕਈ ਵਾਰੀ ਅਸੀਂ ਕਹਿੰਦੇ ਹਾਂ ਆਹ ਬੰਦੇ ਠੀਕ ਨੇ ਜਿਹੜੇ ਬਾਣੀ ਨਹੀਂ ਪੜ੍ਹਦੇ, ਅਸੀਂ ਕਹਿ ਦਿੰਦੇ ਹਾਂ ਇਹ ਠੀਕ ਲੱਗਦੇ ਨੇ, ਇਹ ਬਾਣੀ ਨਹੀਂ ਪੜ੍ਹਦੇ, ਇਹ ਸ਼ਾਂਤ ਨੇ। ਸ਼ਾਂਤ ਨਹੀਂ ਹਨ। ਬੇਹੋਸ਼ ਬੰਦੇ ਵਿੱਚ ਤੇ ਸ਼ਾਂਤ ਵਿੱਚ ਬਹੁਤ ਫਰਕ ਹੈ। ਸ਼ਾਂਤ ਆਦਮੀ ਜਾਗਦਾ ਹੋਇਆ ਸ਼ਾਂਤ ਹੈ, ਤੇ ਬੇਹੋਸ਼ ਆਦਮੀ ਜਿਹਨੂੰ ਬੇਹੋਸ਼ੀ ਦਾ ਟੀਕਾ ਲੱਗ ਗਿਆ, ਉਹ ਤੇ ਮਰੀਜ਼ ਵੀ ਸ਼ਾਂਤ ਹੈ। ਹੁਣ ਜਿਹਦਾ ਆਪਰੇਸ਼ਨ ਕਰਨਾ ਹੈ ਤੇ ਬੇਹੋਸ਼ ਕਰਨ ਵਾਸਤੇ ਸਪੈਸ਼ਲ ਇੰਜੈਕਸ਼ਨ ਹੈ, ਉਹ ਲਾ ਦਿਓ, 8 ਘੰਟੇ ਹਿੱਲੇਗਾ ਹੀ ਨਹੀਂ, ਸ਼ਾਂਤੀ ਵਿੱਚ ਹੈ। ਸ਼ਾਂਤੀ ਆ ਗਈ ਨਾ ਉਸ ਨੂੰ। ਸੰਸਾਰੀ ਸ਼ਾਂਤ ਨਹੀਂ ਹੈ, ਉਸ ਨੂੰ ਪਦਾਰਥ ਦਾ ਟੀਕਾ ਲੱਗਾ ਹੋਇਆ ਹੈ, ਬੇਹੋਸ਼ ਹੈ, ਡਿੱਗਾ ਹੋਇਆ, ਉਹ ਵੀ ਸ਼ਾਂਤ ਨਹੀਂ। ਤੇ ਧਾਰਮਿਕ ਅਸ਼ਾਂਤ ਕਿਉਂ ਹੈ? ਕਿਉਂਕਿ ਸੰਸਾਰ ਉਹਦਾ ਟੁੱਟ ਗਿਆ। ਗੁਰੂ ਨੇ ਉਹਨੂੰ ਜਗਾ ਤੇ ਦਿੱਤਾ, ਪਰ ਜਗਾਉਣ ਤੋਂ ਬਾਅਦ ਉਹਨੂੰ ਪਤਾ ਨਹੀਂ ਲੱਗਾ ਮੈਂ ਧਰਮ ਦੇ ਖੇਤਰ ਵਿੱਚ ਕੰਮ ਕਿਹੜਾ ਕਰਨਾ ਸੀ। ਧਰਮ ਦੇ ਖੇਤਰ ਵਿੱਚ ਕੰਮ ਸੀ ਕਿ ਪਰਮਾਤਮਾ ਦੇ ਨਾਲ ਸਾਂਝ ਪਾਉਣ ਦੀ ਜਾਚ ਸਿੱਖਣੀ, ਸ਼ਬਦ ਦੀ ਜਾਚ ਸਿੱਖਣੀ। ਇਹ ਥਾਂ ਹੀ ਐਸੀ ਹੈ, ਜਨਮ ਮਰਨ ਕੀ ਟੇਕ ਸਿੱਖੋ ਸ਼ਬਦ ਪਿਆਰਿਓ। ਸ਼ਬਦ ਸਿੱਖਣਾ, ਸ਼ਬਦ ਨੂੰ ਸੁਣਨਾ, ਸ਼ਬਦ ਨੂੰ ਸਮਝਣਾ, ਸ਼ਬਦ ਨੂੰ ਸਿੱਖਣਾ, ਇਹ ਹੈ ਇੱਥੇ ਕਾਰਜ। ਤੇ ਜੇ ਅਸੀਂ ਇੱਥੇ ਸ਼ਬਦ ਨਹੀਂ ਸਿੱਖਣ ਦਾ ਯਤਨ ਕਰਾਂਗੇ, ਫਿਰ ਇੱਥੇ ਮਨ ਵਿਹਲਾ ਹੋਵੇਗਾ। ਸੰਸਾਰ ਦੇ ਰਸਤੇ ਅਸੀਂ ਕੱਟ ਦਿੱਤੇ, ਨਾ ਨਸ਼ਾ, ਨਾ ਥੀਏਟਰ, ਨਾ ਕਲੱਬ, ਨਾ ਨਿੰਦਿਆ ਚੁਗਲੀ। ਹੁਣ ਉਹ ਤਾਂ ਬੰਦ ਹੋ ਗਏ, ਅੱਗੇ ਕੀਤਾ ਕੁਝ ਨਹੀਂ। ਜੀਵਨ ਦੇ ਵਿੱਚ ਫਿਰ ਐਨਰਜੀ ਇਕੱਠੀ ਹੋ ਗਈ, ਤੇ ਫਿਰ ਉਸ ਥਾਂ ਤੇ ਧਾਰਮਿਕ ਬੰਦਾ ਵੀ ਅਸ਼ਾਂਤ ਹੋਵੇਗਾ, ਉਹਨੂੰ ਰਸਤਾ ਨਹੀਂ ਮਿਲਿਆ। ਤਾਂ ਹੀ ਗੁਰੂ ਸਾਹਿਬ ਨੇ ਸਿੱਖ ਨੂੰ ਸਵੇਰੇ ਨਿਤਨੇਮ ਦਿੱਤਾ ਹੈ। ਉਹ ਨਿਤਨੇਮ ਜੇ ਸਿੱਖ ਪੂਰਾ ਬੋਲ ਕੇ ਕਰੇ ਨਾ, ਬੜਾ ਸੋਚ ਸਮਝ ਕੇ ਦਿੱਤਾ। ਸਾਰਾ ਦਿਨ ਸੰਸਾਰ ਦੇ ਵਿੱਚ ਝਗੜੇ ਕਿੱਥੋਂ ਪੈਦਾ ਹੁੰਦੇ ਨੇ? ਸੰਸਾਰ ਦੇ ਝਗੜੇ ਨੇ ਕਿੱਥੋਂ ਪੈਦਾ ਹੁੰਦੇ ਨੇ? ਜਦੋਂ ਆਦਮੀ ਵਿਹਲਾ ਹੋਵੇਗਾ ਤੇ ਝੁੰਡ ਵਿੱਚ ਬਹਿ ਕੇ ਗਲਤ ਬੋਲੇਗਾ, ਉੱਥੋਂ ਝਗੜੇ ਸ਼ੁਰੂ ਹੋਣਗੇ। ਬੋਲਣ ਤੋਂ ਸਾਰੇ ਵਿਵਾਦ ਸ਼ੁਰੂ ਹੁੰਦੇ ਨੇ, ਜਦੋਂ ਆਦਮੀ ਗਲਤ ਬੋਲਦਾ। ਗੁਰੂ ਸਾਹਿਬ ਨੇ 2 ਇਹਦੇ ਪ੍ਰਬੰਧ ਕੀਤੇ। ਕਹਿਣ ਲੱਗੇ ਸਵੇਰੇ ਉੱਠ ਕੇ 1 ਘੰਟਾ ਰੱਬ ਨਾਲ ਬੋਲ, ਤੇ ਇਹ 8-10 ਘੰਟੇ ਜਿਹੜਾ ਤੂੰ ਸੰਸਾਰ ਵਿੱਚ ਵਿਚਰਨਾ ਹੈ, ਤੇਰੀ એનર્ਜੀ ਪਹਿਲਾਂ ਹੀ ਬੋਲਣ ਦੇ ਵਿੱਚ ਜਿਹੜੀ ਹੈ ਕੰਮ ਆ ਜਾਏ, ਪਰਤ ਕੇ ਤੈਨੂੰ ਸੰਸਾਰ ਵਿੱਚ ਬਹੁਤਾ ਬੋਲਣਾ ਹੀ ਨਹੀਂ ਪਏਗਾ। ਅੰਦਰੋਂ ਜਦੋਂ ਸ਼ਬਦ ਬਣ ਕੇ ਨਿਕਲ ਗਏ, ਉਹਦੇ ਨਾਲ 2 ਲਾਹੇ ਪ੍ਰਾਪਤ ਹੋਏ। ਇੱਕ ਤੇ ਉਹ ਸ਼ਬਦ ਨੇ ਅੰਦਰ, ਉਸ ਨਿਤਨੇਮ ਨੇ, ਉਸ ਬਾਣੀ ਨੇ ਅੰਦਰ ਜਦੋਂ ਪੜ੍ਹੀ, ਬੋਲ ਕੇ ਪੜ੍ਹੀ, ਅੰਦਰ ਖਜ਼ਾਨਾ ਪੈਦਾ ਕਰ ਦਿੱਤਾ। ਤੇ ਦੂਜਾ ਜਿਹੜੀ ਅੰਦਰ ਤਾਕਤ ਇਕੱਠੀ ਹੋਈ ਹੈ, ਬੰਦੇ ਦੀ ਆਦਤ ਹੁੰਦੀ ਹੈ ਬੋਲਣ ਦੀ, ਕੁਝ ਵੇਖਣ ਦੀ, ਪੜ੍ਹਨ ਦੀ, ਕੁਝ ਸੋਚਣ ਦੀ, ਉਹ ਸਾਰੀ ਦੀ ਸਾਰੀ ਜਿਹੜੀ ਵਾਧੂ ਤਾਕਤ ਸੀ, ਉਹ ਨਿਤਨੇਮ ਵਿੱਚ ਲਾ ਦਿੱਤੀ। ਉਹਦੇ ਨਾਲ ਇੱਕ ਪਾਸੇ ਖਜ਼ਾਨਾ ਪੈਦਾ ਹੋ ਗਿਆ, ਤੇ ਦੂਜੇ ਪਾਸੇ ਅੰਦਰ ਦੀ ਸ਼ਕਤੀ ਗਵਾਚਣ ਤੋਂ ਬਚ ਗਈ। ਤੇ ਸਾਰਾ ਦਿਨ ਆਦਮੀ ਜਿੰਨੇ ਘੰਟਾ ਸਵੇਰੇ ਨਿਤਨੇਮ ਕਰ ਲਿਆ, ਉਹ ਬੋਲੇਗਾ ਆਪੇ ਹੀ ਘੱਟ, ਕਿਉਂਕਿ ਸਵੇਰੇ ਬੋਲ ਚੁੱਕਾ ਹੈ। ਜਿੰਨੇ ਰੱਜ ਕੇ 1 ਘੰਟਾ ਦਰਸ਼ਨ ਕਰ ਲੈਣੇ ਬਾਣੀ ਦੇ, ਵੇਖਣ ਵਿੱਚ ਆਪੇ ਸੰਕੋਚਿਆ ਜਾਏਗਾ। ਤੇ ਜਿੰਨੇ ਕੰਨਾਂ ਨਾਲ ਬਾਣੀ ਸੁਣ ਲਈ, ਉਹਦੇ ਸੁਣਨ ਦੀ ਰੁਚੀ ਵੀ ਘੱਟ ਹੋ ਜਾਏਗੀ। ਇਹ ਤਰੀਕੇ ਸਤਿਗੁਰੂ ਨੇ ਦੱਸੇ, ਪਰ ਸੁੱਤਾ ਹੋਇਆ ਮਨ ਹੋਣ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਕਰਨੋ ਹੁਤੋ ਸੋ ਨਾ ਕੀਓ। ਆਪਾਂ ਇਸੇ ਵਿਸ਼ੇ ਦੇ ਉੱਤੇ ਅੱਜ ਵਿਚਾਰ ਸਾਂਝੀ ਕਰਨੀ ਹੈ। ਇਹਨਾਂ 3 ਅਵਸਥਾਵਾਂ ਵਿੱਚ, ਜਵਾਨੀ ਵਿੱਚ, ਬਚਪਨ ਵਿੱਚ, ਬੁਢੇਪੇ ਵਿੱਚ, ਜੋ ਕਾਰਜ ਕਰਨ ਵਾਲਾ ਸੀ ਉਹ ਨਹੀਂ ਕੀਤਾ, ਤੇ ਸਾਰੀ ਜ਼ਿੰਦਗੀ ਦੀ ਤਾਕਤ ਨੂੰ ਅਜਾਈਂ ਰਾਹਾਂ ਦੇ ਉੱਤੇ ਗਵਾ ਦਿੱਤੀ। ਜਿਨ੍ਹਾਂ ਦਾ ਕੋਈ ਕਾਰਜ ਨਹੀਂ ਸੀ, ਬਿਨਾਂ ਕਾਰਜ ਤੋਂ, ਬਿਨਾਂ ਲੋੜ ਤੋਂ। ਤਾਂ ਸਤਿਗੁਰੂ ਮਨੁੱਖ ਨੂੰ ਜਗਾਉਂਦੇ ਨੇ ਕਿ ਤੇਰੇ ਕੋਲੋਂ
ਜੀਵਨ ਦਾ ਇੱਕ ਇੱਕ ਪਲ ਮਹਿੰਗਾ ਹੈ ਔਰ ਜੀਵਨ ਵੀ ਤੇਰਾ ਮਹਿੰਗਾ ਹੈ। ਤੂੰ ਆਪਣੀ ਇਸ ਜ਼ਿੰਦਗੀ ਦੇ ਵਿੱਚੋਂ ਨਾਮ ਦੇ ਹੀਰੇ ਵਿਹਾਂਝ, ਨਾਮ ਦੇ ਹੀਰਿਆਂ ਦੀ ਸਾਂਝ ਕਰ ਪਰਮਾਤਮਾ ਦੇ ਨਾਲ। ਜਦੋਂ ਤੂੰ ਇਹਦਾ ਵਪਾਰੀ ਬਣ ਜਾਏਗਾ ਤੇ ਬਾਹਰਲਾ ਵਪਾਰ ਆਪਣੇ ਆਪ ਛੁੱਟ ਜਾਏਗਾ। ਸਤਿਗੁਰੂ ਨੇ 3 ਅਵਸਥਾ ਦਿੱਤੀਆਂ ਨੇ, ਆਪਾਂ ਅਰਥਾਂ ਦੇ ਨੇੜੇ ਆਉਣ ਦਾ ਯਤਨ ਕਰੀਏ। ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਕਿ ਬਾਲ, ਜਵਾਨੀ ਅਰ ਬਿਰਧ ਫੁਨ 3 ਅਵਸਥਾ ਜਾਣ। ਇਹ 3 ਅਵਸਥਾਵਾਂ ਨੇ ਸਰੀਰ ਦੀਆਂ। ਵੈਸੇ 8-10 ਅਵਸਥਾਵਾਂ ਵੀ ਦੱਸੀਆਂ ਨੇ ਵੱਖਰੇ ਵੱਖਰੇ ਹਿੱਸੇ ਕਰਕੇ। ਕਈਆਂ ਨੇ ਇਹਨੂੰ 5 ਵਿੱਚ ਵੀ ਵੰਡਿਆ, ਕੋਈ 6 ਵੀ ਕਹਿੰਦੇ ਨੇ, ਆਪਣੇ ਆਪਣੇ ਤਰੀਕੇ ਦੇ ਨਾਲ। ਮੋਟੇ ਤੌਰ ਤੇ ਗੁਰੂ ਸਾਹਿਬ ਨੇ 3 ਕਹੀਆਂ ਨੇ। ਬਚਪਨ ਤੋਂ ਪਹਿਲਾਂ ਜਿਹੜਾ ਸਮਾਂ, ਜਨਮ ਲੈਣ ਤੋਂ ਪਹਿਲਾ ਸਮਾਂ, ਉਹ ਤੇ ਬੰਦੇ ਦੇ ਹੱਥ ਤੋਂ ਬਾਹਰ ਹੈ। ਜਦੋਂ ਜਨਮ ਲਿਆ ਤੇ ਜਨਮ ਲੈਣ ਤੋਂ ਬਾਅਦ 15 ਸਾਲ ਤੱਕ ਜਾਂ 12 ਸਾਲ ਤੱਕ ਬਚਪਨ ਦਾ ਸਮਾਂ ਹੈ। ਇਸ ਬਚਪਨ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ। ਜੇ ਇਹਦੇ ਵਿੱਚ ਕਿਸੇ ਬੱਚੇ ਨੂੰ ਯੋਗ ਥਾਂ ਮਿਲ ਜਾਏ, ਯੋਗ ਅਗਵਾਈ ਮਿਲ ਜਾਏ, ਤੇ ਉਹ ਬੱਚਾ ਇਸ ਉਮਰ ਵਿੱਚ ਬਹੁਤ ਜਲਦੀ ਤੁਰ ਸਕਦਾ ਹੈ। ਬਚਪਨ ਦੇ ਵਿੱਚ ਜੇ ਉਹਨੂੰ ਸੰਭਾਲਿਆ ਜਾਏ, ਜੇ ਯਤਨ ਕੀਤਾ ਜਾਏ। ਪਰ ਇੱਥੇ ਇੱਕ ਮੈਂ ਬੇਨਤੀ ਕਰਾਂ, ਅਸੀਂ ਸੰਭਾਲਾਂਗੇ ਬੱਚੇ ਨੂੰ ਉੱਥੋਂ ਤੱਕ ਹੀ ਨਾ ਜਿੱਥੋਂ ਤੱਕ ਅਸੀਂ ਆਪ ਗਏ ਹਾਂ। ਜੋ ਕੁਝ ਅਸੀਂ ਆਪ ਕਮਾਇਆ ਜਿੱਥੋਂ ਤੱਕ, ਕਈ ਵਾਰੀ ਅਸੀਂ ਬੱਚਿਆਂ ਨੂੰ ਇੰਨਾ ਕੁ ਧਰਮ ਸਿਖਾ ਦਿੰਦੇ ਹਾਂ, ਬੇਟਾ ਜਕਾਰਾ ਛੱਡ ਦੇ, ਤੂੰ ਆ ਫਤਿਹ ਬੁਲਾ ਉੱਚੀ ਸਾਰੀ। ਇਹ ਚੰਗੀਆਂ ਚੀਜ਼ਾਂ ਨੇ, ਇਹ ਬਹੁਤ ਵਧੀਆ ਨੇ। ਅਸੀਂ ਉਹਨੂੰ ਦਮਾਲਾ ਸਜਾ ਦਿੰਦੇ ਹਾਂ, ਬਹੁਤ ਚੰਗੀ ਗੱਲ ਹੈ। ਗੁਰੂ ਸਾਹਿਬ ਦੁਆਰਾ ਦਿੱਤਾ ਹੋਇਆ ਵੇਸ ਪਵਾਉਂਦੇ ਹਾਂ, ਬੜੀ ਚੰਗੀ ਗੱਲ ਹੈ। ਹੁਣ ਉੱਥੇ ਇੱਕ ਕਾਰਜ ਜਿਹੜਾ ਧਰੂ ਨਾਲ ਵਾਪਰਿਆ, ਜਿਹੜਾ ਪ੍ਰਹਿਲਾਦ ਤੇ, ਜਿਹੜਾ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨਾਲ ਸੰਬੰਧਿਤ ਹੈ, ਉਹ ਕਿਹੜਾ ਹੈ? ਉੱਥੇ ਉਹਨਾਂ ਬੱਚਿਆਂ ਨੂੰ ਸਿਖਾਇਆ ਗਿਆ ਸੀ ਕਿ ਤੁਸੀਂ ਆਪਣੀ ਸੁਰਤ ਨੂੰ ਸ਼ਬਦ ਨਾਲ ਕਿਵੇਂ ਜੋੜਨਾ ਹੈ। ਇਹ ਜਾਂਚ ਦੱਸੀ। ਹੁਣ ਉਹ ਜਾਂਚ ਅਸੀਂ ਤਾਂ ਦਸੀਏ ਜੇ ਖੁਦ ਅਸੀਂ ਉਹ ਕਰਦੇ ਹੋਈਏ। ਤੇ ਅਸੀਂ ਇਹਨਾਂ 2 ਚੀਜ਼ਾਂ ਨੇ ਖਿਆਲ ਕਰਨਾ। ਰਾਤ ਵੀ ਮੈਂ ਇੱਕ ਥਾਂ ਤੇ ਬੇਨਤੀ ਕੀਤੀ ਕਿ ਕੀ ਕਾਰਨ ਨੇ ਕਿ ਧਾਰਮਿਕ ਬੰਦੇ ਸੰਤੁਸ਼ਟ ਕਿਉਂ ਨਹੀਂ ਹੁੰਦੇ? ਇਹਦਾ ਕੀ ਕਾਰਨ ਹੈ? ਇਹਦਾ ਕਾਰਨ ਇੱਕੋ ਹੈ, ਅਸੀਂ ਪਰੰਪਰਾ ਨੂੰ ਧਰਮ ਸਮਝ ਲਿਆ। ਪਰੰਪਰਾ ਦਾ ਅਰਥ ਹੈ ਬਾਹਰਲਾ ਉੱਚਾ ਆਚਰਨ, ਬਾਹਰਲਾ ਭੇਖ। ਅਸੀਂ ਕਹਿ ਦਿੱਤਾ ਬਸ ਅਸੀਂ ਧਰਮੀ ਹੋ ਗਏ, ਅਸੀਂ ਇਹਨੂੰ ਧਰਮ ਕਹਿ ਦਿੱਤਾ ਹੈ। ਇਹ ਧਰਮ ਦਾ ਮੁੱਢ ਸੀ। 25% ਹਿੱਸਾ ਹੈ, ਚੌਥਾ ਹਿੱਸਾ ਧਰਮ ਦਾ। ਸਰੀਰ ਦੇ ਉੱਤੇ 5 ਕਕਾਰ ਧਾਰਨ ਕਰਨੇ, ਧਰਮ ਵਾਲੇ ਕੱਪੜੇ ਪਾ ਲੈਣੇ, ਧਰਮ ਦੀਆਂ ਗੱਲਾਂ ਕਰਨੀਆਂ, ਉਸ ਤਰ੍ਹਾਂ ਤੁਰਨਾ ਜਿਵੇਂ ਧਾਰਮਿਕ ਬੰਦਾ ਤੁਰਦਾ ਹੈ, ਖਾਣਾ ਪੀਣਾ ਉਸ ਤਰ੍ਹਾਂ। ਇਹ ਸਿਰਫ ਚੌਥਾ ਹਿੱਸਾ ਧਰਮ ਦਾ। ਅਸੀਂ ਕਹਿ ਦਿੱਤਾ ਬਸ ਅਸੀਂ ਧਾਰਮਿਕ ਬਣ ਗਏ ਹਾਂ। ਹੁਣ ਉਹ ਹੀ ਧਰਮ ਅਸੀਂ ਅੱਗੇ ਪਾਸ ਕਰਨੇ ਆ ਬੱਚਿਆਂ ਵਿੱਚ। ਉਹ ਤਾਂ ਧਰਮ ਦਾ ਮੁੱਢ ਸੀ, ਮੂਲ ਸੀ, ਧਰਮ ਦੀ ਸ਼ੁਰੂਆਤ ਸੀ, ਉੱਥੋਂ ਸ਼ੁਰੂਆਤ ਹੁੰਦੀ ਹੈ। ਇਹਦੇ ਤੋਂ ਅੱਗੇ ਧਰਮ ਦੀ ਗੱਲ ਸ਼ੁਰੂ ਹੋਣੀ ਸੀ। ਉਹਨੂੰ ਕਿਹਾ ਗਿਆ ਕਿ ਗੁਰਬਾਣੀ ਦੁਆਰਾ ਜੀਵਨ ਦੀ ਖੋਜ, ਸੁਰਤ ਦੀ ਖੋਜ ਕਰਨੀ, ਮਨ ਦੀ ਖੋਜ ਕਰਨੀ, ਪਰਮਾਤਮਾ ਦੇ ਨਾਲ ਸਾਂਝ ਪਾਉਣੀ, ਉਹਦੇ ਨਾਲ ਪ੍ਰੇਮ ਕਰਨਾ, ਧਰਮ ਉਹ ਸੀ। ਜਦੋਂ ਉਹ ਅਸੀਂ ਸੰਸਾਰ ਨੂੰ ਅੱਗੇ ਪਾਸ ਨਹੀਂ ਕੀਤਾ ਤੇ ਅਸੀਂ ਅੱਗੇ ਉਹ ਹੀ ਦੇਣਾ ਸੀ ਜੋ ਸਾਨੂੰ ਮਿਲਿਆ ਸੀ। ਜਿਨਨੇ ਜਨੇਊ ਪਾਇਆ ਤੇ ਬੋਧੀ ਹੈ, ਉਹ ਆਪਣੇ ਬੱਚਿਆਂ ਨੂੰ ਇੱਥੋਂ ਤੱਕ ਹੀ ਰੱਖੇਗਾ ਨਾ, ਉਹ ਦੇ ਦੇਗਾ ਦੋਵੇਂ ਜੋ ਕੁਝ ਉਹਦੇ ਕੋਲ ਹੈ। ਉਹਦੇ ਤੋਂ ਬਿਨਾਂ ਹੋਰ ਵੀ ਦੇਣ ਵਾਲਾ ਸੀ ਵੀ ਬੇਟਾ ਇਹ ਤਾਂ ਸਿਰਫ ਚਿੰਨ੍ਹ ਨੇ ਧਰਮ ਦੇ, ਤਿਲਕ ਤੇ ਜੰਝੂ ਤਾਂ 3 ਚਿੰਨ੍ਹ ਨੇ। ਇਹਦੇ ਤੋਂ ਅੱਗੇ ਉਸ ਰੱਬ ਨਾਲ ਸਾਂਝ ਕਿਵੇਂ ਪਾਈ ਦੀ, ਇਹ ਗੁਣ ਕਿਵੇਂ ਧਾਰਨ ਕਰੀਦੇ ਨੇ, ਗੱਲ ਅਗਲੀ ਸੀ ਉਹ ਰਹਿ ਗਈ ਵਿੱਚ। ਗੁਣਾਂ ਤੋਂ ਹੀਣ ਹੋ ਗਿਆ ਮਨੁੱਖ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਹਿੰਦੂ ਕਹਿ ਕਰ ਹਿੰਦੂ ਆਵੈ ਤੇ ਗਲ ਵਿੱਚ ਉਹ ਜਨੇਊ ਪਾ ਲੈਂਦਾ ਹੈ। ਪੜ੍ਹ ਜਨੇਊ ਸੂਤ ਗਲ ਪਾਵੈ। ਫਿਰ ਉਹ ਨਹਾਉਂਦਾ ਹੈ, ਧੋਂਦਾ ਹੈ। ਨਾਤਾ ਧੋਤਾ ਥਾਏ ਨਾ ਪਾਈ, ਸੂਤ ਪਾਏ ਕਰੇ ਬੁਰਿਆਈ, ਨਾਤਾ ਧੋਤਾ ਥਾਏ ਨਾ ਪਾਈ। ਇਹ ਕੀ ਹੋਇਆ? ਪਰੰਪਰਾ ਸਿਖਾ ਦਿੱਤੀ, ਧਰਮ ਨੇ ਸਿਖਾਇਆ। ਮੈਂ ਇੱਥੇ ਵੀ ਬੇਨਤੀ ਕਰਾਂ, ਪਰੰਪਰਾ ਬਹੁਤ ਜ਼ਰੂਰੀ ਹੈ।
ਕਿਤੇ ਇਸ ਵਿਚਾਰ ਦਾ ਕੋਈ ਇਹ ਅਰਥ ਨਾ ਕੱਢੇ ਪਰੰਪਰਾ ਦੀ ਲੋੜ ਨਹੀਂ, ਚਿੰਨ੍ਹਾਂ ਦੀ ਲੋੜ ਨਹੀਂ, ਜ਼ਰੂਰਤ ਹੈ ਉਹਨਾਂ ਦੀ। ਕਿਸੇ ਧਰਮ ਨੂੰ ਵੀ ਸੰਸਾਰ ਵਿੱਚ ਜਿਉਂਦੇ ਰੱਖਣ ਵਾਸਤੇ ਚਿੰਨ੍ਹਾਂ ਦੀ ਲੋੜ ਪਈ ਏ। ਇਹ ਪਤਾ ਗੁਰੂ ਸਾਹਿਬ ਨੂੰ ਵੀ ਸੀ ਵੀ ਧਰਮ ਤੇ ਨਾਮ ਹੀ ਹੈ ਨਾ ਪਰਮਾਤਮਾ ਦਾ। ਉਹਨਾਂ ਨੇ ਕਿਉਂ ਕਕਾਰ ਦਿੱਤੇ, ਉਹਨਾਂ ਨੇ ਕਿਉਂ ਗੁਰੂ ਧਾਮ ਦਿੱਤੇ, ਕਿਉਂ ਸੰਗਤ ਬਣਾਈ, ਕੀ ਕਾਰਨ ਸੀ, ਪੰਥ ਕਿਉਂ ਬਣਾਇਆ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਤੇ ਐਂਡ ਤੇ ਆ ਕੇ ਪੰਥ ਦੇ ਜਿਹੜੇ ਕੰਮ ਰਹਿੰਦੇ ਸਨ ਪੂਰੇ ਕਰ ਦਿੱਤੇ, ਪਰ ਪੰਥ ਤੇ ਗੁਰੂ ਨਾਨਕ ਸਾਹਿਬ ਨੇ ਚਲਾ ਦਿੱਤਾ ਸੀ। ਜਦੋਂ ਗੁਰੂ ਅੰਗਦ ਦੇਵ ਜੀ ਨੂੰ ਗੁਰਤਾ ਗੱਦੀ ਦਿੰਦੇ ਨੇ ਤੇ ਉੱਥੇ ਇੱਕ ਸ਼ਬਦ ਕਹਿੰਦੇ ਨੇ, ਪਾਰ ਬ੍ਰਹਮ ਕਾ ਪੰਥ ਕਰਨਾ, ਖਿਆਲ ਰੱਖਣਾ, ਪਾਰ ਬ੍ਰਹਮ ਕਾ ਪੰਥ ਕਰਨਾ। ਉੱਥੇ ਉਹਨਾਂ ਇਹ ਨਹੀਂ ਕਿਹਾ ਵੀ ਤੁਸੀਂ ਇਕੱਲੇ ਪਾਰ ਬ੍ਰਹਮ ਨੂੰ ਜਪਣਾ, ਇਹ ਨਹੀਂ ਕਿਹਾ। ਪਾਰ ਬ੍ਰਹਮ ਕਾ ਪੰਥ ਕਰਨਾ, ਪੰਥ ਦਾ ਮਤਲਬ ਹੈ ਜਿਸ ਪਾਰ ਬ੍ਰਹਮ ਨੂੰ, ਪਰਮਾਤਮਾ ਨੂੰ ਤੁਸੀਂ ਪਾਇਆ, ਉਹਦਾ ਇੱਕ ਰਾਹ ਬਣਾਉਣਾ, ਉਹਦੀ ਇੱਕ ਸੰਪਰਦਾ ਬਣਾਉਣੀ, ਉਹਦੀ ਇੱਕ ਕੌਮ ਬਣਾਉਣੀ। ਬੜਾ ਜ਼ਰੂਰੀ ਸੀ, ਜਿੰਦਾ ਰੱਖਣਾ ਸੀ ਉਸ ਨੂੰ। ਤਾਂ ਕਿਸੇ ਵੀ ਧਰਮ ਨੂੰ ਧਰਤੀ ਦੇ ਉੱਤੇ ਇੱਕ ਪੀੜ੍ਹੀ ਜਦੋਂ ਅਗਲੀ ਪੀੜ੍ਹੀ ਤੱਕ ਪਾਸ ਕਰਦੀ ਤੇ ਉਹਦੇ ਕੋਲ ਸਾਧ ਸੰਗਤ ਧਰਮ ਦੇ ਚਿੰਨ੍ਹ ਚਾਹੀਦੇ ਨੇ। ਜਿਵੇਂ ਮੈਂ ਉਦਾਹਰਨ ਦੇ ਤੌਰ ਤੇ ਦਿਆਂ ਕਿ ਇੱਕ ਬੰਦਾ ਦੂਸਰੇ ਆਦਮੀ ਨੂੰ, ਬੈਠੇ ਹੋਏ ਨੂੰ ਪ੍ਰਸ਼ਾਦਾ ਛਕਾਉਂਦਾ ਹੈ, ਪਾਣੀ ਪਾਉਂਦਾ ਹੈ, ਉਹਨੂੰ ਪਾਣੀ ਦੇਣਾ ਚਾਹੁੰਦਾ ਹੈ, ਵਿੱਚ ਤਾਂ ਪ੍ਰਯੋਜਨ ਤਾਂ ਉਹਨੂੰ ਪਾਣੀ ਪਿਆਉਣਾ ਹੀ ਹੈ। ਜਿਹਨੂੰ ਪਿਆਸ ਲੱਗੀ ਉਹਨੂੰ ਪਾਣੀ ਚਾਹੀਦਾ, ਉਹਨੂੰ ਇਕੱਲੇ ਗਿਲਾਸ ਨਾਲ ਥੋੜ੍ਹੀ ਪਿਆਸ ਬੁਝੇਗੀ। ਜਿਹੜਾ ਬੈਠਾ ਉਹਨੂੰ ਪਿਆਸ ਲੱਗੀ, ਉਹਨੂੰ ਪਾਣੀ ਚਾਹੀਦਾ ਹੈ, ਤੇ ਵਰਤਾਉਣ ਵਾਲਾ ਪਾਣੀ ਦੇਣਾ ਵੀ ਚਾਹੁੰਦਾ ਹੈ। ਤੇ ਪਾਣੀ ਉੱਥੇ ਟੂਟੀ ਤੋਂ ਲਿਆਏਗਾ ਕਾਹਦੇ ਨਾਲ, ਕਿਹੜੀ ਚੀਜ਼ ਨਾਲ ਲਿਆਏਗਾ, ਉਹਨੂੰ ਵੀ ਬਰਤਨ ਚਾਹੀਦਾ ਹੈ। ਤੇ ਜਿਹਨੇ ਪੀਣਾ ਉਹਨੂੰ ਗਲਾਸ ਚਾਹੀਦਾ ਹੈ। ਉਹ ਗਲਾਸ, ਉਹ ਪਾਉਣ ਵਾਲਾ ਪਾਣੀ ਹੀ ਧਰਮ ਦੇ ਚਿੰਨ੍ਹ ਨੇ, ਉਹ ਇੱਕ ਕਾਰ ਨੇ। ਉਹਨਾਂ ਤੋਂ ਬਿਨਾਂ ਧਰਮ ਇੱਕ ਥਾਂ ਤੋਂ ਦੂਜੀ ਥਾਂ ਤੇ ਯਾਤਰਾ ਨਹੀਂ ਕਰਦਾ। ਤਾਂ ਉਹਦੀ ਜ਼ਰੂਰਤ ਹੈ। ਅਸੀਂ ਕਹਿੰਦੇ ਹਾਂ ਚਿੰਨ੍ਹ ਕਿਉਂ ਵਿੱਚ ਆ ਗਏ, ਕਈ ਕਹਿੰਦੇ ਨੇ ਬੰਧਨ ਪਾ ਦਿੱਤੇ ਵਿੱਚ, ਕਹਿੰਦੇ ਨਾਮ ਹੀ ਜਪਣਾ ਸੀ ਇਕੱਲਾ। ਚਿੰਨ੍ਹ ਸਾਰੇ ਬਰਤਨ ਨੇ, ਬਰਤਨਾਂ ਦੇ ਰਾਹੀਂ ਭੋਜਨ ਇੱਕ ਥਾਂ ਤੋਂ ਦੂਜੀ ਥਾਂ ਤੇ ਭੇਜਿਆ ਜਾਂਦਾ ਹੈ। ਪਰ ਇਹ ਵੀ ਖਿਆਲ ਰੱਖਣਾ ਪਏਗਾ, ਕੱਲੇ ਬਰਤਨ, ਕੱਲੇ ਭਾਂਡੇ, ਕੱਲੀਆਂ ਕੜਛੀਆਂ, ਕੱਲੇ ਗਲਾਸ ਵਿੱਚ ਭੋਜਨ ਨਾ ਹੋਇਆ, ਉਹਨਾਂ ਭਾਂਡਿਆਂ ਨੇ ਕਦੀ ਸਾਨੂੰ ਤ੍ਰਿਪਤ ਨਹੀਂ ਕਰਨਾ। ਪਰੰਪਰਾ ਮਰਿਆਦਾ ਕੀ ਹੈ, ਬਰਤਨ ਨੇ, ਭਾਂਡੇ ਨੇ, ਉਹਨਾਂ ਦੀ ਅਤ ਜ਼ਰੂਰਤ ਹੈ। ਪਰ ਕੱਲੇ ਭਾਂਡੇ ਰਹਿ ਗਏ। ਬਰਤਨ ਸਟੋਰ ਤੁਸੀਂ ਵੇਖਿਆ ਹੋਵੇਗਾ, ਬੜੀ ਵੱਡੀ ਦੁਕਾਨ, ਸਾਰੀ ਪ੍ਰਕਾਰ ਦੇ ਭਾਂਡੇ ਨੇ ਉਸ ਦੁਕਾਨ ਤੇ ਉਸ ਭਾਂਡਿਆਂ ਦੀ ਦੁਕਾਨ ਤੇ ਸਾਰੇ ਦਿਨ ਬੈਠੇ ਰਹੋ। ਉਹ ਭਾਂਡਿਆਂ ਦੀ ਦੁਕਾਨ ਦੇ ਵਿੱਚ ਬਰਤਨ ਸਾਰੇ ਨੇ। ਜੇ ਬੰਦਾ ਕਵੇ ਵੀ ਬਰਤਨਾਂ ਨੂੰ ਸਾਰਾ ਦਿਨ ਕੱਢ ਕੱਢ ਕੇ ਵੇਖੀ ਜਾਂ, ਇਹਨਾਂ ਨੂੰ ਮੂੰਹ ਨਾਲ ਲਾਈ ਜਾਂ, ਉਹਦੇ ਵਿੱਚ ਹੀ ਕੱਖ ਨਹੀਂ, ਤੇ ਭਾਂਡੇ ਕਿਵੇਂ ਪਿਆਸ ਬੁਝਾਉਣਗੇ। ਪਰੰਪਰਾਵਾਂ ਜਿਹੜੀਆਂ ਨੇ ਬਰਤਨ ਹੁੰਦੀਆਂ ਨੇ। ਅਸੀਂ ਬਰਤਨਾਂ ਨੂੰ ਭੋਜਨ ਸਮਝ ਲਿਆ ਹੈ, ਪਰੰਪਰਾਵਾਂ ਨੂੰ ਧਰਮ ਸਮਝ ਲਿਆ ਹੈ। ਇੱਥੇ ਅਸੀਂ ਰੁਕ ਗਏ ਹਾਂ। ਔਰ ਉੱਪਰੋਂ ਸਾਡੇ ਜਿਹੜੇ ਪੁਰੋਹਿਤ ਨੇ, ਜਿਹੜੇ ਸਮਝਾਉਣ ਵਾਲੇ ਨੇ, ਉਹ ਵੀ ਬਹੁਤੇ ਭਾਂਡੇ ਖੜਕਾਉਂਦੇ ਨੇ, ਭੋਜਨ ਦੀ ਗੱਲ ਬੜੇ ਘੱਟ ਕਰਦੇ ਨੇ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਕਿਹਾ ਉਹ ਭਾਂਡੇ ਵੱਲ ਵੀ ਧਿਆਨ ਦੇ ਤੇ ਭੋਜਨ ਵੱਲ ਵੀ, ਦੋਵੇਂ ਇਕੱਠੇ ਕਰ ਦੇ, ਮਰਿਆਦਾ ਵੀ ਰੱਖ ਤੇ ਧਰਮ ਵੀ ਕਮਾ। ਤਾਂ ਹੀ ਸਿੱਖ ਹਰ ਰੋਜ਼ ਪੜ੍ਹਦਾ ਹੈ। ਗੁਰੂ ਗ੍ਰੰਥ ਸਾਹਿਬ ਨੇ ਥਾਲ ਦੀ ਵੀ ਗੱਲ ਕੀਤੀ ਹੈ ਤੇ ਭੋਜਨ ਦੀ ਵੀ ਗੱਲ ਕੀਤੀ ਹੈ। ਥਾਲ ਵਿੱਚ 3 ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ। ਧਿਆਨ ਦੇਣਾ, ਇਹਦੇ ਉੱਤੇ ਥੋੜ੍ਹਾ ਜਿਹਾ ਆਪਾਂ ਵਿਚਾਰੀਏ। ਥਾਲ ਦੇ ਵਿੱਚ 3 ਚੀਜ਼ਾਂ ਪਈਆਂ ਨੇ। ਥਾਲ ਦੇ ਅਰਥ ਨੇ ਮਰਿਆਦਾ, 5 ਕਕਾਰ, ਅੰਮ੍ਰਿਤ ਵੇਲਾ, ਸੇਵਾ, ਗੁਰਦੁਆਰਾ, ਇਹ ਥਾਲ ਹੈ। ਥਾਲ ਦਿੱਤਾ ਗੁਰੂ ਸਾਹਿਬ ਨੇ ਸਾਨੂੰ। ਥਾਲ ਵਿੱਚ 3 ਵਸਤੂ ਪਈਓ, ਪਰ ਜਦੋਂ ਥਾਲ ਕਿਹਾ, ਉਸੇ ਵੇਲੇ ਕਿਹਾ ਵਿੱਚ 3 ਵਸਤੂਆਂ ਪਈਆਂ ਹੋਈਆਂ ਨੇ। ਥਾਲ ਤਾਂ ਸ਼ੋਭਦਾ 3 ਚੀਜ਼ਾਂ ਨੇ ਵਿੱਚ ਉਹਦੇ। ਕਿਹੜੀਆਂ? ਸਤ ਦਾ ਅਰਥ ਹੈ ਉੱਚਾ ਆਚਰਨ, ਨਜ਼ਰ ਦਾ ਠੀਕ ਹੋਣਾ, ਸਰੋਤ ਦਾ ਕੰਨਾਂ ਦਾ ਸੁਣਨਾ ਠੀਕ ਹੋਣਾ, ਖਾਣਾ ਪੀਣਾ ਠੀਕ ਹੋਣਾ, ਵਿਹਾਰ ਠੀਕ ਹੋਣਾ ਬਾਜ਼ਾਰ ਦੇ ਅੰਦਰ।
ਇਹਨੂੰ ਕਹਿੰਦੇ ਨੇ ਆਚਰਨ, ਇਹਨੂੰ ਕਹਿੰਦੇ ਨੇ ਸਤ। ਥਾਲ ਫੜ, ਮਰਿਆਦਾ ਵਿੱਚ ਆ, ਤੇ ਮਰਿਆਦਾ ਦੇ ਵਿੱਚ ਉੱਚਾ ਆਚਰਨ ਲੈ ਕੇ ਆ। ਉਹਦੇ ਵਿੱਚੋਂ ਸਿੱਖ ਵੇਖਣਾ ਕਿਵੇਂ, ਸੁਣਨਾ ਕਿਵੇਂ, ਖਾਣਾ ਕੀ ਹੈ, ਬੋਲਣਾ ਕਿਵੇਂ ਹੈ, ਨੀਂਦ ਕਿਵੇਂ ਲੈਣੀ, ਕੰਮ ਕਿੰਨਾ ਕਰਨਾ ਹੈ, ਸੰਸਾਰ ਨਾਲ ਸਾਂਝ ਕਿਵੇਂ ਪਾਉਣੀ, ਬਾਜ਼ਾਰ ਵਿੱਚ ਕੰਮ ਕਿਵੇਂ ਕਰਨਾ ਹੈ, ਇਹਨੂੰ ਕਹਿੰਦੇ ਨੇ ਸਤ। ਇਹ ਉਸ ਮਰਿਆਦਾ ਦੇ ਥਾਲ ਵਿੱਚ ਪਏਗਾ। ਦੂਜਾ ਹੈ ਸੰਤੋਖ। ਸੰਤੋਖ ਦੇ ਅਰਥ ਨੇ ਸੰਸਾਰ ਵਿੱਚ ਜਿੱਥੇ ਤੂੰ ਵਿਚਰਨਾ ਪਿਆ, ਉੱਥੇ ਇੱਕ ਚੀਜ਼ ਬਹੁਤ ਵੱਡੀ ਪੱਧਰ ਤੇ ਭਾਰੂ ਹੈ, ਉਹਨੂੰ ਕਹਿੰਦੇ ਨੇ ਪਦਾਰਥ। ਜਿੰਨਾ ਪਦਾਰਥ ਕਿਰਤ ਕਰਦਿਆਂ ਤੇਰੀ ਝੋਲੀ ਵਿੱਚ ਪੈ ਗਿਆ, ਉਹਨੇ ਉੱਤੇ ਸੰਤੋਖ ਕਰ ਲਈ, ਉਹਦੇ ਤੋਂ ਅੱਗੇ ਕਲਪੀ ਨਾ। ਇਹ ਵੀ ਉਸ ਥਾਲ ਵਿੱਚ ਪਾ, ਉਸ ਮਰਿਆਦਾ ਵਿੱਚ, ਉਸ ਥਾਲ ਦੇ ਵਿੱਚ ਰੱਖ। ਦੂਜਾ ਸੰਤੋਖ, ਤੇ ਤੀਸਰਾ ਵਿਚਾਰ। ਵਿਚਾਰ ਦਾ ਅਰਥ ਹੈ ਅੰਦਰ ਵਿਚਾਰ ਕਰ, ਜੀਵਨ ਕਾਹਦੇ ਵਾਸਤੇ ਮਿਲਿਆ ਹੈ। ਵਿਚਾਰ ਨੂੰ ਪੈਦਾ ਕਰ, ਅੰਦਰੋਂ ਸੋਚ ਥੋੜਾ ਜਿਹਾ ਰੁਕ ਕੇ, ਕਾਹਦੇ ਵਾਸਤੇ ਜੀਵਨ ਮਿਲਿਆ ਹੈ। ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਕੁਝ ਸੋਚ, ਕੁਝ ਵਿਚਾਰ, ਤੈਨੂੰ ਕਿਉਂ ਬਣਾਇਆ ਪਰਮਾਤਮਾ ਨੇ। ਇਹ ਤਿੰਨ ਚੀਜ਼ਾਂ ਮਰਿਆਦਾ ਦੇ ਥਾਲ ਵਿੱਚ ਪਾਈਆਂ, ਤੇ ਜਿਹੜਾ ਮਨੁੱਖ ਮਰਿਆਦਾ ਦੇ ਥਾਲ ਦੇ ਵਿੱਚ ਇਹ ਤਿੰਨ ਚੀਜ਼ਾਂ ਪਾਏਗਾ, ਉੱਚਾ ਆਚਰਨ, ਸੰਤੋਖੀ ਜੀਵਨ ਤੇ ਵਿਚਾਰਵਾਨ ਜੀਵਨ, ਜਦੋਂ ਇਹ ਤਿੰਨੇ ਚੀਜ਼ਾਂ ਇਸ ਥਾਲ ਵਿੱਚ ਆ ਗਈਆਂ, ਤੇ ਗੁਰਸਿੱਖ ਇਹਨਾਂ ਤਿੰਨਾਂ ਚੀਜ਼ਾਂ ਨੂੰ ਧਿਆਨ ਨਾਲ ਖਾ ਗਿਆ, ਭਾਵ ਉਹਨੇ ਜੀਵਨ ਵਿੱਚ ਧਾਰਨ ਕਰ ਲਈਆਂ, ਤੇ ਚੌਥੀ ਚੀਜ਼ ਉਹਦੇ ਜੀਵਨ ਵਿੱਚੋਂ ਪੈਦਾ ਹੋ ਜਾਏਗੀ, ਉਹਨੂੰ ਕਹਿੰਦੇ ਨੇ ਅੰਮ੍ਰਿਤ ਨਾਮ ਠਾਕੁਰ ਕਾ ਪਇਓ। ਨਾਮ ਅੰਦਰੋਂ ਉਪਜੇਗਾ। ਫਿਰ ਹੁਣ ਇੱਥੇ ਨਾਮ ਇਹਨਾਂ ਚੀਜ਼ਾਂ ਦੇ ਵਿੱਚੋਂ ਪੈਦਾ ਹੁੰਦਾ ਦੱਸਿਆ ਹੈ, ਧਿਆਨ ਦੇਣਾ। ਇਹਨਾਂ ਚੀਜ਼ਾਂ ਦੇ ਵਿੱਚੋਂ ਉਪਜਦਾ ਦੱਸਿਆ ਹੈ। ਇੱਥੇ ਨਾਮ ਦੇ ਜਪ ਦੀ ਗੱਲ ਨਹੀਂ ਕੀਤੀ ਗਈ, ਜਿਹੜੀ ਕੱਲ ਬੇਨਤੀ ਕੀਤੀ ਸੀ। ਨਾਮ ਜਪ ਵੀ ਹੈ, ਨਾਮ ਜੀਵਨ ਵੀ ਹੈ। ਇੱਕ ਜਪ ਨਾਮ ਦੀ ਜੁਗਤ ਹੈ, ਇੱਕ ਜੀਵਨ ਨਾਮ ਦੀ ਜੁਗਤ ਹੈ। ਇੱਥੇ ਸਤਿਗੁਰੂ ਨੇ ਕਿਹਾ, ਜਿਸ ਸਰੀਰ ਵਿੱਚ ਤੂੰ ਨਾਮ ਜਪਣਾ ਹੈ, ਉਹ ਸਰੀਰ ਇਹਨਾਂ ਤਿੰਨ ਗੁਣਾਂ ਨਾਲ ਪੂਰਿਤ ਹੋਣਾ ਚਾਹੀਦਾ। ਪਹਿਲਾ ਥਾਲ ਮਰਿਆਦਾ, ਤੇ ਤਿੰਨ ਚੀਜ਼ਾਂ ਸਤ, ਸੰਤੋਖ ਤੇ ਵਿਚਾਰ ਉਹਦੇ ਵਿੱਚ ਹੋਣੀਆਂ ਚਾਹੀਦੀਆਂ। ਉਹਦੇ ਵਿੱਚ ਫਿਰ ਤੂੰ ਨਾਮ ਘੱਟ ਵੀ ਜਪੇਗਾ ਨਾ, ਥੋੜਾ ਸਮਾਂ ਜਪੇਗਾ, ਤੇ ਉਹ ਨਾਮ ਰਸ ਲਿਆਉਣਾ ਸ਼ੁਰੂ ਕਰ ਦੇਗਾ। ਅੰਮ੍ਰਿਤ ਨਾਮ ਠਾਕੁਰ ਕਾ ਭਇਓ। ਤੇ ਅੱਗੇ ਇੱਕ ਬਚਨ ਕਹਿ ਦਿੱਤਾ, ਜਿਸ ਕਾ ਸਬਸ ਆਧਾਰੋ। ਸਬਸ ਦੇ ਅਰਥ ਨੇ ਉੱਪਰ ਵਾਲੇ ਤਿੰਨੇ ਜਿਹੜੇ ਗੁਣ ਨੇ ਨਾ, ਸਤ, ਸੰਤੋਖ ਤੇ ਥਾਲ ਤੇ ਵਿਚਾਰ, ਇਹਨਾਂ ਸਾਰਿਆਂ ਦਾ ਆਧਾਰ ਨਾਮ ਹੈ। ਕਹਿਣ ਦਾ ਭਾਵ ਇਹ ਹੈ ਕਿ ਜੇ ਨਾਮ ਹੈ ਤੇ ਆਚਰਨ ਵੀ ਉੱਚਾ ਚੰਗਾ ਹੈ, ਜੇ ਨਾਮ ਹੈ ਤੇ ਸੰਤੋਖ ਵੀ ਚੰਗਾ ਹੈ। ਇਸ ਵਿਸ਼ੇ ਤੇ ਬੇਨਤੀ ਕਰ ਰਿਹਾ ਸਾਂ, ਪਰੰਪਰਾ ਆਪਣੀ ਥਾਂ ਤੇ ਰੱਖੀਏ, ਮਰਿਆਦਾ ਨੂੰ ਆਪਣੀ ਥਾਂ ਤੇ ਰੱਖੀਏ, ਕਕਾਰਾਂ ਨੂੰ, ਮਰਿਆਦਾ ਨੂੰ, ਰਹਿਤ ਨੂੰ, ਬਾਹਰਲੀ ਨੂੰ ਇੱਕ ਹੱਦ ਤੱਕ ਪਾਲੀਏ ਆਪਾਂ, ਪਰ ਉਹਨੂੰ ਕਦੀ ਇਹ ਨਾ ਕਹੀਏ ਵੀ ਮੈਂ ਬਾਹਰਲੀ ਰਹਿਤ ਮਰਿਆਦਾ ਰੱਖ ਲਈਏ, ਬਸ ਮੇਰੇ ਵਰਗਾ ਹੁਣ ਸਿੱਖ ਹੀ ਕੋਈ ਨਹੀਂ ਹੈ। ਉਹਦੇ ਤੋਂ ਅੱਗੇ ਸੱਚੇ ਪਾਤਸ਼ਾਹ ਨੇ ਕਿਹਾ, ਹੁਣ ਕਮਾਈ ਕਰ ਜੀਵਨ ਦੀ, ਅੰਦਰੋਂ ਲੱਭ ਤੇਰੇ ਕੁਝ ਹੈ। ਉਹਨੂੰ ਕਿਹਾ, ਧਰਮ ਉਸ ਨੂੰ ਕਿਹਾ। ਜਿਨ੍ਹਾਂ ਨੇ ਉਸ ਅੰਦਰਲੇ ਧਰਮ ਦੀ ਖੋਜ ਕੀਤੀ, ਉਹਨਾਂ ਦਾ ਬਾਹਰਲਾ ਭੇਖ ਵੀ ਪ੍ਰਵਾਨ ਹੋ ਗਿਆ। ਜੇ ਉਹ ਨਾ ਕੀਤਾ, ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਇੱਕ ਬਹੁਤ ਪਿਆਰਾ ਬਚਨ ਆਪਣੀ ਬਾਣੀ ਵਿੱਚ ਉਚਾਰਨ ਕਰਦੇ ਨੇ। ਸਾਹਿਬ ਕਹਿੰਦੇ, ਮਨ ਰੇ ਗਹਿਓ ਨਾ ਗੁਰ ਉਪਦੇਸ਼, ਕਹਾ ਭਇਓ ਜੋ ਮੂੰਡ ਮੁੰਡਾਇਓ, ਭਗਵੋ ਕੀਨੋ ਭੇਸ। ਹੁਣ ਇਹ ਇੱਕ ਭਗਵੇਂ ਕੱਪੜਿਆਂ ਵਾਲਾ ਸੰਨਿਆਸੀ ਹੈ। ਗੁਰੂ ਤੇਗ ਬਹਾਦਰ ਸਾਹਿਬ ਉਸ ਬੰਦੇ ਨੂੰ ਕਹਿ ਰਹੇ ਨੇ ਕਿ ਤੂੰ ਭਗਵਾ ਭੇਸ ਪਾ ਕੇ ਕੀ ਕੀਤਾ ਹੈ ਸੰਸਾਰ ਵਿੱਚ। ਕਹਾਂ ਭਇਓ, ਕੀ ਹੋਇਆ ਤੇਰੇ ਜੀਵਨ ਵਿੱਚ? ਕੁਝ ਹੋਇਆ ਵੀ, ਕੁਝ ਵਾਪਰਿਆ ਵੀ ਭੇਸ ਪਾ ਕੇ। ਕਹਾਂ ਭਇਓ ਜੋ ਮੂੰਡ ਮੁੰਡਾਇਓ। ਮੂੰਡ ਮੁੰਡਾਉਣਾ ਇੱਕ ਧਰਮ ਦੀ ਪ੍ਰਕਿਰਿਆ, ਭੱਦਣ ਕਰਨਾ ਮੰਨੀ ਗਈ। ਹਿੰਦੂ ਧਰਮ ਦੇ ਵਿੱਚ ਸੰਨਿਆਸੀਆਂ ਦੇ ਵਿੱਚ ਸਿਰ ਮਨਾਉਣਾ, ਮੂੰਡ ਮੁੰਡਾਉਣਾ।
ਮੂੰਡ ਵੀ ਮੁੰਡਾਇਆ, ਸਿਰ ਵੀ ਮੁੰਡਾ ਦਿੱਤਾ ਚੰਗੀ ਤਰ੍ਹਾਂ, ਤੇ ਵੇਸ ਵੀ ਭਗਵਾਂ ਪਾ ਲਿਆ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ 10 ਵੇਸ ਤੇ ਪਾਇਆ ਹੀ, ਗੁਰੂ ਦਾ ਉਪਦੇਸ਼ ਧਾਰਨ ਕੀਤਾ। ਗੁਰੂ ਦਾ ਉਪਦੇਸ਼ ਦਾ ਅਰਥ ਹੈ ਨਾਮ ਅੰਦਰ ਧਾਰਿਆ ਤੂੰ। ਮਨ ਰੇ ਗਹਿਓ ਨਾ ਗੁਰ ਉਪਦੇਸ਼, ਕਹਾਂ ਭਇਓ ਜੋ ਮੂੰਡ ਮੁੰਡਾਇਓ, ਭਗਵੋਂ ਕੀਨੋ ਭੇਸ। ਇੱਥੇ ਆਵਾਜ਼ ਫਿਰ ਆਪਣੇ ਮਨ ਨੂੰ ਗੁਰੂ ਸਾਹਿਬ ਨੇ ਸੰਬੋਧਨ ਕੀਤਾ ਹੈ। ਵੇਖੋ, ਸਤਿਗੁਰਾਂ ਨੇ ਉਪਦੇਸ਼ ਸੰਨਿਆਸੀ ਨੂੰ ਦਿੱਤਾ ਹੈ, ਪਰ ਸਿੱਧਾ ਨਹੀਂ ਉਹਨੂੰ ਕਹਿ ਰਹੇ। ਵਿੱਚ ਆਪਣੇ ਮਨ ਨੂੰ ਕਹਿੰਦੇ ਕਿ ਮੇਰੇ ਮਨ, ਤੂੰ ਗੁਰੂ ਦਾ ਉਪਦੇਸ਼ ਨਹੀਂ ਕਮਾਇਆ, ਕੱਪੜੇ ਭਗਵੇਂ ਪਾ ਲੈਣੇ। ਹਾਲਾਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤੇ ਪਾਏ ਨਹੀਂ, ਉਚਾਰ ਰਹੇ ਨੇ ਸੱਚ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪਤਾ ਹੈ ਜੇ ਸੱਚ ਅੰਦਰ ਹੋਵੇਗਾ ਕਿਸੇ ਦਾ ਨਾਂ ਲੈ ਕੇ ਕਹਿਣ ਦੀ ਲੋੜ ਨਹੀਂ। ਜਦੋਂ ਸੱਚ ਉਚਾਰਿਆ ਜਾਵੇਗਾ, ਜੇ ਉਹ ਪੂਰਾ ਸੱਚ ਹੈ ਤੇ ਝੂਠਾ ਬੰਦਾ ਉਹਨੂੰ ਆਪੇ ਪ੍ਰਵਾਨ ਕਰ ਲਏਗਾ ਵੀ ਮੇਰੀ ਵਿਆਖਿਆ ਹੋ ਰਹੀ ਹੈ, ਇਹ ਮੇਰਾ ਹੀ ਜੀਵਨ ਕਿਹਾ ਜਾ ਰਿਹਾ। ਇਹ ਤਰੀਕਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ। ਇਸ ਕਰਕੇ ਪਰੰਪਰਾ, ਮਰਿਆਦਾ ਤੇ ਬਾਹਰਲੀ ਰਹਿਤ, ਬਾਹਰਲੇ ਚਿੰਨ੍ਹ ਜੋ ਸਮਾਜ ਦੇ ਆਰੰਭ ਤੋਂ ਬੱਚੇ ਨੂੰ ਦਿੱਤੇ ਜਾਂਦੇ ਨੇ ਕਿ ਬੱਚਾ ਇਹ ਹੈ ਤੇਰਾ ਧਰਮ। ਕੋਈ ਸੁੰਨਤ ਕਰਾਉਂਦਾ ਹੈ, ਕੋਈ ਭੱਦਣ ਕਰਾਉਂਦਾ ਹੈ, ਤੇ ਆਪਾਂ ਸਿਰਫ ਕਕਾਰਾਂ ਤੱਕ ਸੀਮਤ ਰਹਿ ਜਾਂਦੇ ਹਾਂ। ਉੱਥੇ ਜਾ ਕੇ ਇੱਕ ਹਿੱਸਾ ਧਰਮ ਦਾ ਬਣਦਾ ਹੈ। ਧਰਮ ਅੱਗੇ ਸ਼ੁਰੂ ਹੋਣਾ ਸੀ ਪ੍ਰੇਮ, ਪਰਮਾਤਮਾ ਦੀ ਯਾਦ। ਉਹਦੇ ਤੋਂ ਜਦੋਂ ਸਾਡਾ ਸਮਾਜ ਸਖਣਾ ਹੋ ਜਾਂਦਾ ਹੈ, ਫਿਰ ਧਰਮ ਵਿੱਚੋਂ ਸੰਤੁਸ਼ਟੀ ਨਹੀਂ ਮਿਲਦੀ। ਉਸ ਹਾਲਤ ਵਿੱਚ ਫਿਰ ਅਸੀਂ ਕਹਿੰਦੇ ਹਾਂ ਧਰਮ ਇੱਥੋਂ ਚਲਾ ਗਿਆ, ਉੱਡ ਗਿਆ ਹੈ। ਉਹਦਾ ਅਸਲੀ ਸਰੂਪ ਹੀ ਸਮਾਜ ਵਿੱਚ ਉਤਾਰਿਆ ਹੀ ਨਹੀਂ ਜਾਂਦਾ। ਇਸ ਕਰਕੇ ਬਚਪਨ ਦੇ ਵਿੱਚ ਕਿਹੜੇ ਲੋਕ ਕਾਮਯਾਬ ਹੋਏ ਨੇ, ਕਿਹਨਾਂ ਨੇ ਬੰਦਗੀ ਦੇ ਰਾਹੀਂ ਜੀਵਨ ਦੇ ਹੀਰੇ ਨੂੰ ਲੱਭ ਲਿਆ। ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ, ਕਿੰਨੀ ਕੁ ਉਮਰ ਹੈ? 7 ਤੇ 9 ਸਾਲ ਹੈ। ਕੀ ਸਮਝਦੇ ਹੋ ਇਹ ਦ੍ਰਿੜਤਾ ਇਕੱਲੇ ਵਿਚਾਰਾਂ ਨਾਲ ਆ ਜਾਏਗੀ? ਕਈ ਵਾਰੀ ਅਸੀਂ ਕਹਿੰਦੇ ਉਹਨਾਂ ਨੂੰ ਵਿਚਾਰ ਬੜੇ ਉੱਚੇ ਦਿੱਤੇ ਗਏ ਸਨ। ਵਿਚਾਰਾਂ ਨਾਲ ਦ੍ਰਿੜਤਾ ਕਿੰਨੀ ਕੁ ਆਵੇਗੀ? ਵਿਚਾਰ ਤੇ ਉਹਨਾਂ ਚਿਰ ਕੰਮ ਕਰਦੇ ਨੇ ਜਿਵੇਂ ਕਾਗਜ਼ ਦੇ ਮਹਿਲ ਬਣਾਏ ਜਾਣ। ਕਾਗਜ਼ ਦੇ ਮਹਿਲ ਬੜੇ ਸੋਹਣੇ ਲੱਗਣਗੇ, ਬੜੇ ਰੰਗ ਕੀਤੇ ਜਾ ਸਕਦੇ ਨੇ ਉਹਨਾਂ ਨੂੰ, ਪਰ ਜੇ ਥੋੜੀ ਜਿਹੀ ਹਵਾ ਤੇਜ਼ ਆ ਗਈ, ਕਾਗਜ਼ ਦੇ ਮਹਿਲ ਉੱਥੇ ਨਹੀਂ ਲੱਭਣਗੇ, ਉੱਡ ਜਾਣਗੇ। ਵਿਚਾਰ ਕਿਸੇ ਹੱਦ ਤੱਕ ਕੰਮ ਕਰਦੇ ਨੇ, ਉਸ ਤੋਂ ਅੱਗੇ ਨਹੀਂ। ਸਾਹਿਬਜ਼ਾਦਿਆਂ ਨੂੰ ਇਕੱਲੇ ਵਿਚਾਰ ਨਹੀਂ ਸਨ ਦਿੱਤੇ ਗਏ ਕਿ ਧਰਮ ਵਿੱਚ ਪਰਪੱਕ ਰਹੀਦਾ ਹੈ। ਉਹਨਾਂ ਦੇ ਪਿਤਾ ਗੁਰੂ ਨੇ ਉਹਨਾਂ ਦੇ ਅੰਦਰ ਨਾਮ ਦੀ ਰਹਿਮਤ, ਪਰਮਾਤਮਾ ਦੀ ਯਾਦ ਵੀ ਭਰੀ ਸੀ। ਉਹ ਇੰਨੀ ਗਹਿਰੀ ਸੀ ਤਾਂ ਦ੍ਰਿੜ ਰਹੇ, ਤਾਂ ਉਹ ਇਕੱਲੇ ਨਹੀਂ ਡੋਲੇ, ਤਾਂ ਉਹਨਾਂ ਨੂੰ ਨੀਹਾਂ ਨਹੀਂ ਡਰਾ ਸਕੀਆਂ, ਤਾਂ ਉਹਨਾਂ ਨੂੰ ਵਜੀਦ ਖਾਨ ਦੇ ਡਰਾਵੇ, ਸੁੱਚਾਨੰਦ ਦਾ ਭੈ ਪੀਤ ਨਹੀਂ ਕਰ ਸਕਿਆ। ਉਹਨਾਂ ਦੇ ਅੰਦਰ ਨਾਮ ਨੇ ਇੱਕ ਦ੍ਰਿੜਤਾ ਪੈਦਾ ਕੀਤੀ ਸੀ, ਉੱਚਤਾ ਪੈਦਾ ਕੀਤੀ ਸੀ, ਤਾਂ ਉਹ ਲੋਕ ਬਚਪਨ ਵਿੱਚ ਕਾਮਯਾਬ ਹੋ ਗਏ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਬਾਲ ਬਚਪਨ ਇੱਕ ਉਮਰ ਹੈ, ਔਰ ਇਹਦੇ ਅੰਦਰ ਜੇ ਬੱਚੇ ਨੂੰ ਸੁਚੇਤ ਕਰ ਦਿੱਤਾ ਜਾਏ, ਬੱਚੇ ਨੂੰ ਜਿੱਥੇ ਸਰੀਰ ਦੀ ਖੁਰਾਕ ਦਿੱਤੀ ਜਾਏ, ਜਿੱਥੇ ਉਹਨੂੰ ਸਕੂਲ ਦੀ ਵਿੱਦਿਆ ਦਿੱਤੀ ਜਾਏ, ਔਰ ਜਿੱਥੇ ਉਸ ਨੂੰ ਧਰਮ ਦੀ ਪਰੰਪਰਾ ਸਿਖਾਈ ਜਾਏ, ਮਰਿਆਦਾ ਦੱਸੀ ਜਾਏ ਕਿ ਇਹ ਤੇਰੀ ਦਸਤਾਰ ਹੈ, ਇਹ ਤੇਰੇ ਕਕਾਰ ਨੇ, ਇਹ ਤੇਰਾ ਗੁਰਦੁਆਰਾ ਹੈ, ਆਹ ਤੇਰੇ 10 ਗੁਰੂ ਸਾਹਿਬਾਨ ਨੇ, ਆਹ ਸ਼ਹੀਦ ਨੇ ਕੌਮ ਦੇ, ਇਹ ਸਾਰਾ ਕੁਝ ਜਿੱਥੇ ਦਿੱਤਾ ਜਾਏ, ਉੱਥੇ ਅਗਲੀ ਚੀਜ਼ ਹੈ ਉਸ ਬੱਚੇ ਨੂੰ ਦੱਸਿਆ ਜਾਏ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਨਾਮ ਦੁਆਰਾ ਰੱਬ ਨਾਲ ਸਾਂਝ ਪਾਉਣ ਦੇ ਕੀ ਤਰੀਕੇ ਦੱਸੇ ਨੇ, ਉਹ ਕਿਵੇਂ ਕਰੀਦਾ ਹੈ, ਤਾਂ ਫਿਰ ਉਹ ਬੱਚਾ ਆਪਣੀ ਬਚਪਨ ਨੂੰ ਸਮਝ ਸਕੇਗਾ, ਬਚਪਨ ਨੂੰ ਜਾਣ ਲਏਗਾ। ਵੈਸੇ ਤਾਂ ਉਹੀ ਸਮਾਜ ਧਰਮੀ ਹੁੰਦਾ ਹੈ, 2 ਚੀਜ਼ਾਂ ਤੇ ਖੜਾ ਹੈ। ਇੱਕ ਤੇ ਜਿਸ ਸਮਾਜ ਦੀ ਮਾਂ ਧਰਮੀ ਹੋਵੇ, ਤੇ ਇੱਕ ਜਿਸ ਸਮਾਜ ਦੇ ਬੱਚੇ ਧਰਮੀ ਹੋਣ। ਕਿਉਂਕਿ ਜਿਹੜੀ ਜਵਾਨੀ ਹੈ ਨਾ, ਉਹ ਤੇ ਬਾਅਦ ਵਿੱਚ ਆਉਣੀ, ਬੁਢੇਪਾ ਵੀ ਬਾਅਦ ਵਿੱਚ ਆਉਣਾ।
ਅਸੀਂ ਕੀ ਕਰਨੇ ਆ? ਕਈ ਰੋਗ ਐਸੇ ਨੇ ਜਿਹੜੇ ਬੀਜ ਨੂੰ ਦਵਾਈ ਦਈਏ ਤੇ ਤਾਂ ਉਹਦਾ ਰੁੱਖ ਬਚਦਾ ਉਸ ਰੋਗ ਤੋਂ, ਪੱਤਿਆਂ ਤੇ ਜਿੰਨੀ ਮਰਜ਼ੀ ਪਾਈ ਜਾਓ। ਅਸੀਂ ਕੀ ਕਰਨੇ ਆ ਵੀ ਅਸੀਂ ਜਵਾਨੀ ਦੇ ਉੱਤੇ, ਬੁਢੇਪੇ ਦੇ ਉੱਤੇ ਜ਼ੋਰ ਲਾਉਂਦੇ ਆ, ਇਹਨੂੰ ਸ਼ੁੱਧ ਕਰੋ। ਉਹਨਾਂ ਵਿਚਾਰਿਆਂ ਕੀ ਸ਼ੁੱਧ ਹੋਣਾ ਹੈ? ਉਹਨਾਂ ਜਿਹੜੇ ਰਾਹ ਪੈਣਾ ਸੀ ਪੈ ਚੁੱਕੇ ਨੇ, ਉਹ ਤੇ ਪੋਚਾ ਹੀ ਹੈ, ਜਿੰਨਾ ਮਾਰਨਾ ਮਾਰ ਲਈਏ ਬਸ। ਠੀਕ ਹੈ, ਕਿਤੇ ਕਿਤੇ ਗੁਰੂ ਦੀ ਕਿਰਪਾ ਵਾਪਰ ਜਾਂਦੀ, ਸ਼ੱਕ ਨਹੀਂ, ਬਦਲ ਸਕਦਾ ਆਦਮੀ ਬੁਢੇਪੇ ਵਿੱਚ ਵੀ, ਕਿਸੇ ਵੀ ਅਵਸਥਾ ਵਿੱਚ। ਪਰ ਬਹੁਤਾਤ ਦੀ ਮੈਂ ਗੱਲ ਕਰ ਰਿਹਾ, ਅਸੀਂ ਗਲਤ ਥਾਂ ਤੇ ਮਾਰ ਕਰ ਰਹੇ ਹਾਂ। ਉੱਥੋਂ ਕੋਈ ਬਦਲੇਗਾ ਨਹੀਂ ਇੰਨੀ ਜਲਦੀ। ਉਹਨਾਂ ਦਾ ਤੇ ਹੋ ਚੁੱਕਾ ਜੋ ਕੁਝ ਹੋਣਾ ਸੀ। ਜੜ ਜਿੱਧਰ ਨੂੰ ਜਾਣੀ ਸੀ, ਤਣਾ ਉੱਧਰ ਨੂੰ ਚਲਾ ਗਿਆ। ਦੋ ਬੇਸ ਨੇ ਹਰ ਇੱਕ ਕੌਮ ਦੇ, ਹਰ ਇੱਕ ਧਰਮ ਦੇ। ਇੱਕ ਤੇ ਉਹਦੀ ਮਾਂ ਜਿਹਦੇ ਵਿੱਚੋਂ ਨਵੀਂ ਪਨੀਰੀ ਆ ਰਹੀ ਹੈ, ਉਸ ਮਾਂ ਬਾਪ ਨੂੰ ਸ਼ੁੱਧ ਕੀਤਾ ਜਾਏ, ਉਹਦੇ ਵਿਚਾਰ ਸ਼ੁੱਧ ਕੀਤੇ ਜਾਣ, ਉਹਦੇ ਭਾਵ ਸ਼ੁੱਧ ਕੀਤੇ ਜਾਣ। ਉਹਦੇ ਵਿੱਚੋਂ ਜਿਹੜੇ ਬੱਚੇ ਜਨਮ ਲੈਣਗੇ ਉਹ ਧਰਮੀ ਆਪਣੇ ਆਪ ਬਣ ਜਾਣਗੇ। ਦੂਸਰਾ, ਉਸ ਬਚਪਨ ਨੂੰ ਇੱਕ ਕੇਂਦਰ ਹੈ, ਇੱਕ ਗੁਰਦੁਆਰਾ ਹੈ। ਉਹ ਗੁਰਦੁਆਰਾ ਕਿਹੜਾ? ਵੈਸੇ ਹੁਣ ਤੇ ਬਹੁਤ ਰੁਝਾਨ ਹੈ ਕਿ ਜਿਹੜੀਆਂ ਸੰਸਥਾਵਾਂ ਨੇ, ਕਈ ਮਹਾਂਪੁਰਸ਼ ਨੇ ਬੜਾ ਬੜਾ ਕੰਮ ਕਰ ਰਹੇ ਨੇ। ਉਹਨਾਂ ਨੇ ਬੜੇ ਬੜੇ ਵੱਡੇ ਸਕੂਲ ਖੋਲ੍ਹੇ ਨੇ, ਯੂਨੀਵਰਸਿਟੀਜ਼ ਖੋਲ੍ਹ ਰਹੇ ਨੇ, ਬਹੁਤ ਕੁਝ ਕਰ ਰਹੇ ਨੇ ਇਸ ਪੱਖ ਨੂੰ। ਪਰ ਇਹਦੇ ਵਿੱਚ ਵੀ ਇੱਕ ਕਾਰਨ ਨੇ, ਹੁਣ ਸਕੂਲ ਤੇ ਬੰਦਾ ਖੋਲ੍ਹ ਲੈਂਦਾ ਹੈ, ਕਾਲਜ ਤੇ ਖੁੱਲ੍ਹ ਜਾਂਦਾ ਹੈ, ਪਰ ਉਹਦੀਆਂ ਫੀਸਾਂ ਹੀ ਇੰਨੀਆਂ ਵੱਡੀਆਂ ਨੇ, ਉੱਥੇ ਆਮ ਬੰਦਾ ਪੜ੍ਹ ਹੀ ਨਹੀਂ ਸਕਦਾ। ਫਿਰ ਉੱਥੇ ਕੌਣ ਪੜ੍ਹਾਏਗਾ ਬੱਚਿਆਂ ਨੂੰ? ਸਾਡੇ ਧਾਰਮਿਕ ਅਦਾਰਿਆਂ ਦੇ ਸਕੂਲ ਵੇਖੋ, ਉਹਦੇ ਵਿੱਚ ਕੀ ਹੈ? ਜਿਨ੍ਹਾਂ ਲੋਕਾਂ ਕੋਲ ਪਹਿਲਾਂ ਮਾਇਆ ਦੇ ਢੇਰ ਲੱਗੇ ਨੇ, ਉਹਨਾਂ ਦੇ ਬੱਚੇ ਫ੍ਰੀ ਪੜ੍ਹ ਰਹੇ ਨੇ। ਤੇ ਜਿਹੜੇ ਗਰੀਬ ਨੇ ਵਿਚਾਰੇ, ਉਹ ਜਦੋਂ ਜਾਂਦੇ ਨੇ ਕਹਿੰਦੇ ਜੀ ਤੁਹਾਡਾ ਤੇ ਨੰਬਰ ਹੀ ਅਜੇ ਕੋਈ ਨਹੀਂ ਆਇਆ। ਜਿਨ੍ਹਾਂ ਦੇ ਕੋਲ ਪਹਿਲਾਂ ਹੀ ਢੇਰ ਹੈ, ਜਿਨ੍ਹਾਂ ਦੇ ਕੋਲ ਪਹਿਲਾਂ ਹੀ, ਕਿਉਂਕਿ ਉਹਨਾਂ ਦੇ ਹੱਥ ਵਿੱਚ ਵਾਗ ਡੋਰੇ ਸਾਰੀ, ਉਹਨਾਂ ਨੂੰ ਕਹਿਣਗੇ ਜੀ ਇਹਦੀ ਫੀਸ ਮਾਫ ਹੈ। ਇਹ ਭਿਖਾਰੀ ਨੇ ਜਿਨ੍ਹਾਂ ਦੀ ਫੀਸ ਮਾਫ ਕਰ ਦਿਓ। ਕੌਣ ਨੇ? ਇਹ ਮਾਫ ਕਰਨ ਦੀ ਸਥਿਤੀ ਉਹਨਾਂ ਦੀ ਹੋਵੇ ਜਿਨ੍ਹਾਂ ਦੇ ਕੋਲ ਨਹੀਂ, ਉਹ ਬੱਚੇ। ਔਰ ਇਹ ਇੱਕ ਵਿਗਿਆਨ ਇਸ ਧਰਤੀ ਦਾ, ਜਿਹੜੇ ਗਰੀਬ ਮਾਂ-ਬਾਪ ਦੇ ਘਰ ਵਿੱਚ ਬੱਚੇ ਪੈਦਾ ਹੋਏ ਨੇ, ਉਹ ਵਿੱਦਿਆ ਵਿੱਚ ਬਹੁਤ ਅੱਗੇ ਵੱਧ ਸਕਦੇ ਨੇ, ਖੋਜ ਜ਼ਿਆਦਾ ਕਰ ਸਕਦੇ ਨੇ। ਕਿਉਂਕਿ ਜਿੱਥੇ ਧਨ ਜ਼ਿਆਦਾ ਆ ਗਿਆ, ਉੱਥੇ ਤੇ ਬੱਚੇ ਨੇ ਮੰਜੇ ਤੋਂ ਉਤਰਨਾ। ਇੱਕ ਨੌਕਰ ਜੁੱਤੀ ਅੱਗੇ ਰੱਖਣ ਵਾਲਾ ਬੈਠਾ ਹੈ, ਇੱਕ ਭਾਂਡੇ ਚੁੱਕਣ ਵਾਲਾ ਹੈ, ਕੱਪੜੇ ਧੋਣ ਵਾਲਾ ਹੋਰ ਹੈ, ਉਹ ਤੇ ਵਿੱਚ ਇੱਕ ਵਿਚਾਰਾ ਬੁੱਤ ਜਿਹੀ ਬਣ ਗਿਆ। ਬੰਦਾ ਥੋੜ੍ਹੀ ਰਿਹਾ, ਉਹਨੂੰ ਕਰਨਾ ਹੀ ਕੁਝ ਨਹੀਂ ਪੈਣਾ। ਜੀਵਨ ਸਿਰਜਣ ਨਾਲ ਉੱਚਾ ਹੁੰਦਾ ਹੈ। ਜਿੰਨਾ ਆਦਮੀ ਦੀ ਜ਼ਰੂਰਤ ਵਧੇ, ਉਹ ਕਿਸੇ ਨਾ ਕਿਸੇ ਕਸਵੱਟੀ ਦੇ ਵਿੱਚੋਂ ਦੀ ਲੰਘੇ, ਕਿਸੇ ਲੋੜ ਦੇ ਵਿੱਚੋਂ ਗੁਜ਼ਰੇ। ਸਾਡੀ ਜ਼ਿੰਦਗੀ ਦਾ ਰੁਝਾਨ ਹੈ ਕਿ ਸਾਰੇ ਪ੍ਰਬੰਧ ਹੋ ਜਾਣ ਸਾਡੀ ਜ਼ਿੰਦਗੀ ਦੇ, ਉਹਨੂੰ ਅਸੀਂ ਚੜ੍ਹਦੀ ਕਲਾ ਕਹਿੰਦੇ ਹਾਂ। ਬਈ ਲੋੜ ਤੋਂ ਵੱਧ ਧਨ ਸਾਡੇ ਕੋਲ ਹੋਵੇ, ਸਾਨੂੰ ਕੁਝ ਨਾ ਸੋਚਣਾ ਪਏ, ਕੁਝ ਨਾ ਕਰਨਾ ਪਏ, ਬਸ ਬਹਿ ਕੇ ਖਾਈ ਜਾਈਏ। ਕੁਦਰਤ ਇਹਨੂੰ ਨਹੀਂ ਮੰਨਦੀ, ਕੁਦਰਤ ਇਹਨੂੰ ਰੋਗ ਕਹਿੰਦੀ ਹੈ। ਕੁਦਰਤ ਹੋਰ ਪਾਸੇ ਜਾ ਰਹੀ ਹੈ। ਉਹ ਕਹਿੰਦੀ ਇਸ ਧਰਤੀ ਦੇ ਉਹ ਹੀ ਮਨੁੱਖ ਉੱਚੇ ਹੋਏ ਨੇ ਜਿਨ੍ਹਾਂ ਨੂੰ ਸਿਰਜਣ ਕਰਨਾ ਪਿਆ ਜ਼ਿੰਦਗੀ ਦਾ, ਖੁਦ ਕੁਝ ਬਣਾਉਣਾ ਪਿਆ, ਖੁਦ ਕੁਝ ਕਰਨਾ ਪਿਆ। ਜਿਨ੍ਹਾਂ ਦੇ ਹੱਥ ਵਿੱਚ ਬਣਿਆ ਬਣਾਇਆ ਆ ਗਿਆ, ਉਹ ਪੱਥਰ ਹੋ ਗਏ, ਉਹ ਬੁੱਤ ਬਣ ਗਏ, ਉਹ ਕੁਝ ਵੀ ਨਹੀਂ ਕਰਨ ਜੋਗੇ। ਇਸ ਕਰਕੇ ਵਿਦਿਆਲਾ ਪਹਿਲਾ ਗੁਰਦੁਆਰਾ ਹੈ। ਜੇ ਵਿਦਿਆਲੇ ਧਾਰਮਿਕ ਹੋ ਜਾਣਗੇ ਤਾਂ ਬੱਚਾ ਧਾਰਮਿਕ ਹੋਵੇਗਾ। ਜੇ ਉਸ ਵਿਦਿਆਲੇ ਦੇ ਅੰਦਰ ਧਰਮ ਦੀ ਸਿੱਖਿਆ ਦਿੱਤੀ ਜਾਂਦੀ ਹੈ, ਧਰਮ ਦਾ ਧਿਆਨ ਸਿਖਾਇਆ ਜਾਂਦਾ ਹੈ, ਪਰਮਾਤਮਾ ਦੀ ਗੱਲ ਚੱਲਦੀ, ਇਕੱਲੀ ਪਰੰਪਰਾ ਦੀ ਨਹੀਂ, ਤਾਂ ਉਹ ਥਾਂ ਉਸ ਬੱਚੇ ਨੂੰ ਸੰਤਤਾਈ ਵੱਲ ਲੈ ਕੇ ਜਾਏਗੀ। ਤੇ ਜਿਹੜੀਆਂ ਅਸੀਂ ਸਮਾਜਿਕ ਬੁਰਾਈਆਂ ਕਹਿੰਦੇ ਹਾਂ, ਕਈ ਸੱਜਣ ਮੈਨੂੰ ਕਹਿੰਦੇ ਤੁਸੀਂ ਬੁਰਾਈਆਂ ਤੇ ਬਹੁਤ ਘੱਟ ਬੋਲਦੇ ਹੋ। ਸਮਾਜ ਕਿਹੜੀਆਂ ਬੁਰਾਈਆਂ? ਆਚਾਰ ਸੰਸਕਾਰ ਨੇ, ਇਹਨਾਂ ਬਾਰੇ ਬੋਲਿਆ ਕਰੋ। ਵਿਆਹ ਕਿਵੇਂ ਕਰੀਦਾ ਹੈ, ਅੰਤਮ ਸੰਸਕਾਰ ਕਿਵੇਂ ਕਰੀਦਾ ਹੈ, ਕੱਪੜੇ ਕਿਵੇਂ ਦੇ ਪਾਈਦੇ ਨੇ, ਪੱਗ ਕਿਵੇਂ ਦੀ ਬੰਨੀ, ਇਹਦੇ ਉੱਤੇ ਬੋਲਿਆ ਕਰੋ। ਮੈਂ ਕਿਹਾ ਵੀ ਇਹ ਠੀਕ ਹੈ, ਇਹ ਕਦੀ ਕਦੀ ਹੁੰਦਾ ਹੈ, ਇੱਕ ਦਿਨ। ਇਹ ਰੋਜ਼ ਭਾਂਡੇ ਖੜਕਾਇਆ ਵਿੱਚ ਕੋਈ ਭੋਜਨ ਵੀ ਨਾ ਹੋਇਆ ਤੇ ਉਹਨੂੰ ਕੌਣ ਫੜੇਗਾ? ਇਹਨੂੰ ਅਸੀਂ ਇਕੱਲਾ ਬੋਲਦੇ ਰਵਾਂਗੇ। ਇਹ ਬੁਰਾਈਆਂ ਆਉਂਦੀਆਂ ਕਿੱਥੇ ਨੇ, ਇਹਨੂੰ ਵੇਖੋ। ਤੁਸੀਂ ਰਿਸ਼ਵਤਖੋਰੀ ਵੇਖ ਲਵੋ। ਰਿਸ਼ਵਤਖੋਰੀ ਇੱਕ ਬੁਰਾਈ ਹੈ
ਕਿੱਥੋਂ ਪੈਦਾ ਹੋਵੇਗੀ? ਜਿਸ ਬੰਦੇ ਦੇ ਮਨ ਵਿੱਚ ਨਾਮ ਟਿਕ ਗਿਆ ਉਹਦਾ ਮਨ ਸੰਤੁਸ਼ਟੀ ਵੱਲ ਜਾਏਗਾ, ਕਿਉਂਕਿ ਤ੍ਰਿਸ਼ਨਾ ਬੁਝੈ ਹਰਿ ਕੈ ਨਾਮ। ਜਦੋਂ ਤ੍ਰਿਸ਼ਨਾ ਬੁਝੇਗੀ ਉਸ ਬੰਦੇ ਦਾ ਮਨ ਅੰਦਰੋਂ ਹੀ ਕਹੇਗਾ ਕੀ ਕਰਨਾ ਰਿਸ਼ਵਤ ਲੈ ਕੇ, ਬੁਰਾਈ ਹਟ ਗਈ ਨਾ। ਹੁਣ ਜੇ ਨਾਮ ਅੰਦਰ ਨਹੀਂ ਤੇ ਤ੍ਰਿਸ਼ਨਾ ਬੰਦ ਕਰ ਦਿਓ, ਕਿਵੇਂ ਕਰੇਗਾ ਵਿਚਾਰਾ? ਕੋਈ ਵੀ ਕਾਰਜ ਅਸੀਂ ਕਹਿੰਦੇ ਹਾਂ ਭਰੂਣ ਹੱਤਿਆ ਬੰਦ ਕਰੋ, ਦਾਜ ਲੈਣਾ ਬੰਦ ਕਰੋ, ਕਿਹਦੇ ਉੱਤੇ ਖੜਾ ਹੈ? ਲੋਭ ਵਧਿਆ ਹੋਇਆ। ਦਾਜ ਕਿਉਂ ਆਦਮੀ ਮੰਗਦਾ? ਲੋਭੀ ਹੈ। ਬੱਚੀਆਂ ਕਿਉਂ ਮਾਰਦਾ ਹੈ? ਭਾਵੇਂ ਕਿ ਉਹਦਾ ਕਾਰਨ ਇੱਕ ਦਾਜ ਹੈ, ਦਹੇਜ ਦੇ ਕਾਰਨ ਹੈ। ਅਸੀਂ ਇੱਕ ਪਾਸੇ ਕਹੀ ਜਾਂਦੇ ਹਾਂ, ਸਾਰਾ ਸਮਾਜ ਇਕੱਠਾ ਹੋ ਕੇ ਕਹਿੰਦਾ ਬੱਚੀਆਂ ਨਹੀਂ ਮਾਰਨੀਆਂ ਚਾਹੀਦੀਆਂ। ਪਹਿਲਾਂ ਇਹ ਤਾਂ ਪੁੱਛੋ ਵੀ ਇੱਕ ਸ਼ਾਦੀ ਹੋਣੀ ਉਹਦੇ ਤੇ 30 ਲੱਖ ਰੁਪਈਆ ਲਾਉਣਾ ਹੈ। ਤੁਸੀਂ ਕਦੀ ਖਿਆਲ ਕਰੋ, ਇੱਕ ਬੱਚੀ ਦੀ ਸ਼ਾਦੀ ਹੈ ਤੇ ਜਿੰਨੇ ਮਾਂ-ਬਾਪ ਨੇ ਬੱਚੀ ਦੀ ਸ਼ਾਦੀ ਕਰਨੀ, ਸ਼ਾਦੀ ਅਜੇ 20 ਸਾਲਾਂ ਨੂੰ ਨੇ ਜਨਮ ਲਿਆ, ਉਹਨੂੰ ਪਹਿਲਾਂ ਹੀ ਬੁਖਾਰ ਚੜ੍ਹ ਗਿਆ, ਇਹਦਾ ਕਰਾਂਗੇ ਕੀ? ਕਿਉਂ? ਕਿਉਂਕਿ ਜਦੋਂ ਵਿਆਹ ਹੋਣਾ 15 ਲੱਖ ਦੀ ਤੇ ਰੋਟੀ ਹੋਣੀ ਪੈਲਸ ਦੇ ਵਿੱਚ, 15 ਲੱਖ ਦੀ ਗੱਡੀ ਆਉਣੀ ਜਿਹੜੀ ਦੇਣੀ ਹੈ, ਉਹ ਮੰਗੀ ਹੋਈ ਹੈ ਗੁਪਤ ਤੌਰ ਤੇ। ਬਾਹਰੋਂ ਚਿਹਰੇ ਬੜੇ ਨਿਮਰਤਾ ਵਾਲੇ ਨੇ ਤੇ ਕਰ ਕਰਾ ਕੇ ਉਹ 25-30 ਲੱਖ ਵਿੱਚ ਉਹਦਾ ਵਿਆਹ ਹੋਣਾ ਤੇ 25-30 ਲੱਖ ਰੁਪਈਆ ਬੰਦਾ ਕਿੱਥੋਂ ਲਿਆਏਗਾ ਸਮਾਜ ਵਿੱਚੋਂ? ਆਮ ਬੰਦਾ ਕੀ ਕਰੇਗਾ? ਜਿਹੜੇ ਥਾਂ ਤੇ ਰੋਗ ਹੈ ਜਿਹਦੇ ਕਾਰਨ ਬੱਚੀਆਂ ਮਾਰੀਆਂ ਜਾ ਰਹੀਆਂ ਨੇ ਉਹ ਹੈ ਦਾਜ, ਦਹੇਜ। ਔਰ ਸਾਡੇ ਸਮਾਜ ਦੀਆਂ ਰਵਾਇਤਾਂ, ਮੈਂ ਹੈਰਾਨ ਹੋ ਗਿਆ ਕਿਵੇਂ ਦਾ ਸਮਾਜ ਹੈ ਕਿ ਇੱਕ ਬੱਚੀ ਵਿਆਹ ਕੇ ਘਰ ਘੱਲ ਦਿੱਤੀ ਜਾਂਦੀ ਹੈ, ਉਦੋਂ ਤਾਂ ਮਾਂ-ਬਾਪ ਨੂੰ ਬੋਝ ਹੈ ਹੀ। ਉਹਦੇ ਤੋਂ ਅੱਗੇ ਹਰ ਇੱਕ ਸਾਲ, ਹਰ ਇੱਕ 6 ਮਹੀਨੇ ਬਾਅਦ ਉਹਦਾ ਬੋਝ ਫਿਰ ਖੜਾ ਹੈ, ਸਮਾਜ ਨੇ ਬਣਾਇਆ। ਉਹਦੇ ਤੋਂ ਬਾਅਦ ਮੈਂ ਹੈਰਾਨ ਹੋ ਗਿਆ, ਪਿੱਛੇ ਜੀ ਇੱਕ ਸਾਡੇ ਨਜ਼ਦੀਕ ਦਾ ਕੋਈ ਪਰਿਵਾਰ ਹੈ ਤੇ ਉਹਨਾਂ ਦੀ ਬੱਚੀ ਕਹਿ ਲਓ, ਹੁਣ ਬੱਚੀ ਕਵਾਂਗੇ ਪਰ ਉਹ ਸਾਡੇ ਤੋਂ ਕਾਫੀ ਵੱਡੀ ਉਮਰ ਦੇ ਬਜ਼ੁਰਗ ਸੀ। ਉਹ ਹੁਣ 60-65 ਸਾਲ ਦੀ, 70 ਸਾਲ ਦੀ, ਤੇ ਉਹਨਾਂ ਦੀ ਮੌਤ ਹੋ ਗਈ, ਡੈਥ ਹੋ ਗਈ, ਚੜ੍ਹਾਈ ਕਰ ਗਏ। ਤੇ ਮੈਨੂੰ ਸੁਣਨ ਵਿੱਚ ਆਇਆ ਵੀ ਦੂਰ ਪੈਂਦਾ ਸੀ, ਉਹਨਾਂ ਸੰਸਕਾਰ ਨਹੀਂ ਕੀਤਾ। ਕਹਿੰਦੇ ਜਿਹੜਾ ਇਹਨੂੰ ਸੂਟ ਪਾਉਣਾ ਉਹ ਪਿੱਛੋਂ ਪੇਕਿਓਂ ਲੈ ਕੇ ਆਵੋ ਤਾਂ ਇਹਦਾ ਸੰਸਕਾਰ ਕਰਨਾ। ਹੱਦ ਹੋ ਗਈ। ਇੱਕ ਬੱਚੀ ਨੂੰ ਵਿਆਹ ਦਿੱਤਾ ਹੈ, 60 ਸਾਲ ਹੋ ਗਏ ਨੇ, ਮੁੱਦਤਾਂ ਬੀਤ ਗਈਆਂ, ਤੇ ਜਿਹੜੇ ਘਰ ਵਿੱਚ ਉਹਨੇ ਸਾਰੀ ਉਮਰ ਕੰਮ ਕੀਤਾ ਉਹਦੇ ਵਾਸਤੇ ਇੱਕ ਕਫਨ ਵੀ ਨਹੀਂ ਉਸ ਘਰ ਦੇ ਵਿੱਚ। ਫਿਰ ਅਸੀਂ ਕਹਿੰਦੇ ਹਾਂ ਵੀ ਬੱਚੀਆਂ ਕਿਉਂ ਮਾਰਦੇ ਨੇ? ਹੋਰ ਕੀ ਕਰਨਗੇ? ਇਹ ਕਰਮ ਪੈਦਾ ਕਿਉਂ ਹੋ ਰਿਹਾ ਹੈ? ਔਰ ਮੈਂ ਇਹ ਵੀ ਬੇਨਤੀ ਕਰਦਿਆਂ, ਇਸ ਸਾਰੇ ਕੰਮ ਦੇ ਵਿੱਚ 80% ਰੋਲ ਇਸਤਰੀ ਦਾ ਹੈ ਦਾਜ ਮੰਗਣ ਵਿੱਚ। ਇਹ ਸਾਰੀਆਂ ਰਵਾਇਤਾਂ ਇਸਤਰੀ ਨੇ ਹੀ ਬਣਾਈਆਂ ਨੇ ਕਿ ਆਹ ਹੋਇਆ ਤੇ ਹੁਣ ਆਹ ਕਰੋ, ਇਹ ਹੋਇਆ ਤੇ ਹੁਣ ਇਹ ਕਰੋ। ਠੀਕ ਹੈ, ਲੈਣ ਦੇਣ ਸੰਸਾਰ ਵਿੱਚ ਬਣਿਆ, ਉਹ ਪਿਆਰ ਹੈ, ਉਹ ਬੰਧਨ ਨਹੀਂ ਹੁੰਦਾ, ਉਹ ਰਵਾਇਤ ਨਹੀਂ ਹੁੰਦੀ। ਇਹ ਕਾਰਨ ਹੈ ਬੱਚੀਆਂ ਦੇ ਕਤਲ ਦਾ। ਅਸੀਂ ਰੌਲਾ ਪਾਈ ਜਾਂਦੇ ਬੱਚੀਆਂ ਦੇ ਕਤਲ ਬੰਦ ਕਰੋ। ਆ ਜਿਹੜੇ ਰੋਜ਼ ਕਹਿੰਦੇ ਨੇ ਉਹਨਾਂ ਨੂੰ ਯਤਨ ਕਰਨਾ ਚਾਹੀਦਾ, ਕੋਰਟ ਦੇ ਵਿੱਚ ਕਾਨੂੰਨ ਬਣਾਉਣ ਇਸ ਵਿਆਹਾਂ ਦਾ ਵੀ ਇੱਥੇ ਕਿੰਨਾ ਖਰਚਾ ਕਰਨਾ ਹੈ, ਸਖਤੀ ਨਾਲ ਇਹਨੂੰ ਲਾਗੂ ਕੀਤਾ ਜਾਏ। ਇਸ ਤਰ੍ਹਾਂ ਨਹੀਂ, ਕੋਈ ਹਥਿਆਰ ਨਹੀਂ ਹੈ, ਇਹ ਮਜਬੂਰੀ ਬਣ ਗਈ ਸਮਾਜ ਦੀ। ਮੈਂ ਇਸ ਭਰੂਣ ਹੱਤਿਆ ਦੀ ਵਕਾਲਤ ਨਹੀਂ ਕਰ ਰਿਹਾ ਵੀ ਕਰਨੀ ਚਾਹੀਦੀ ਹੈ, ਪਰ ਇਹ ਰੁਕਣੀ ਨਹੀਂ। ਜਿੰਨਾ ਚਿਰ ਦਹੇਜ ਦੀ ਬਿਮਾਰੀ ਵਿਆਹਾਂ ਦੀ ਨਾ ਰੁਕੀ ਉਹਨਾਂ ਚਿਰ ਚੱਲੇਗਾ ਸਾਰਾ ਕੁਝ, ਕਿਉਂਕਿ ਮਜਬੂਰੀ ਹੋ ਗਈ ਮਨੁੱਖ ਦੀ। ਇਸ ਕਰਕੇ ਇਹ ਸਭ ਕੁਝ ਸਖਤੀ ਨਾਲ ਕੀਤਾ ਜਾ ਸਕਦਾ ਹੈ, ਜਾਂ ਤੇ ਕਾਨੂੰਨ ਲਾਗੂ ਹੋਵੇ ਤੇ ਜਾਂ ਫਿਰ ਡਾਂਗ ਹੋਵੇ। ਆ ਪਿੱਛੇ ਤੁਸੀਂ ਵੇਖਿਆ ਹੀ ਹੈ, ਅਜੇ 15 ਸਾਲ 20 ਲੰਘੇ ਹੋਣਗੇ ਤੁਹਾਡੇ ਸਾਹਮਣੇ। ਸਾਰਾ ਕੁਝ ਹੁੰਦਾ ਸੀ ਨਾ ਠੀਕ ਉਸੇ ਵੇਲੇ। ਸਾਰੀਆਂ ਪ੍ਰੈਸਾਂ ਟੁੱਟਦੀਆਂ ਸਨ ਬਰਾਤ ਵਾਲਿਆਂ ਦੀਆਂ, ਛੱਪੜ ਦੇ ਵਿੱਚੋਂ ਲਗਾਉਂਦੇ ਸਨ ਜਦੋਂ ਸਭ ਕੁਝ ਠੀਕ ਹੋ ਜਾਂਦਾ ਸੀ। ਇਹ ਦੋ ਹੀ ਕੰਮ ਨੇ, ਕੋਈ ਇੱਥੇ ਗਿਆਨ, ਕੋਈ ਕਥਾ ਕੰਮ ਨਹੀਂ ਦੇਗੀ। ਐਵੇਂ ਕਹਿੰਦੇ ਸਮਝਾਓ ਇਹਨਾਂ ਨੂੰ, ਕਿਸੇ ਨਹੀਂ ਸਮਝਣਾ ਡਾਂਗ ਤੋਂ ਬਿਨਾਂ, ਜਾਂ ਕਾਨੂੰਨ ਹੋਵੇਗਾ। ਇਸ ਕਰਕੇ ਇਹ ਬੁਰਾਈਆਂ ਦੇ ਉੱਤੇ ਬੋਲਣ ਦੇ ਕੋਈ ਅਰਥ ਨਹੀਂ, ਨਾ ਬੋਲਣ ਨਾਲ ਬੁਰਾਈਆਂ ਹਟਦੀਆਂ ਨੇ। ਇਹ ਬੁਰਾਈਆਂ ਕਿਸੇ ਸਿਸਟਮ ਨਾਲ ਖਤਮ ਹੋ ਸਕਦੀਆਂ ਨੇ। ਦੂਸਰੀ ਗੱਲ, ਇਹ ਬੁਰਾਈ ਉੱਥੇ ਖਤਮ ਹੋਏਗੀ ਜਿਸ ਪਰਿਵਾਰ ਦੇ ਅੰਦਰ ਨਾਮ ਟਿਕ ਗਿਆ, ਧਰਮ ਉਪਜ ਪਿਆ, ਉੱਥੇ ਆਪਣੇ ਆਪ ਸੰਤੋਖ ਆਵੇਗਾ, ਧੀਰਜ ਆਵੇਗੀ,
ਹੋਸ਼ ਆਵੇਗੀ, ਉਹਦਾ ਮਨ ਜਾਗੇਗਾ, ਉਹਨੂੰ ਪਤਾ ਲੱਗੇਗਾ ਇੱਥੇ ਧਰਤੀ ਤੇ ਕੀ ਕਰਨਾ ਆ, ਕੀ ਕਰਨਾ ਇਸ ਧਰਤੀ ਤੇ। ਫਿਰ ਇਹ ਬੁਰਾਈਆਂ ਹਟਣਗੀਆਂ। ਇਹ ਕਿਤਾਬਾਂ ਲਿਖੀਆਂ ਨਹੀਂ ਹਟਣੀਆਂ, ਨਾ ਇਹ ਸਪੀਚ ਦਿੱਤੀਆਂ ਬੋਲਣੀਆਂ ਨੇ, ਨਾ ਅਸੀਂ ਗੱਡੀਆਂ ਤੇ ਪੋਸਟਰ ਲਾ ਕੇ ਤੁਰੇ ਫਿਰਨੇ, ਉਹਨਾਂ ਨਾਲ ਕੁਝ ਨਹੀਂ ਹੋਣਾ ਹੈ। ਇਹ ਜਿੱਥੋਂ ਹਟਣੀਆਂ ਨੇ ਉਹਦੇ 3 ਰਸਤੇ ਨੇ। ਇੱਕ ਤੇ ਜਿਹੜਾ ਨਾਮ ਨਾਲ ਜੁੜ ਗਿਆ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜਿਹਨੇ ਸਮਝ ਲਿਆ। ਦੂਸਰਾ, ਫਿਰ ਕੋਈ ਵੱਡੀਆਂ ਸ਼ਕਤੀਸ਼ਾਲੀ ਬਾਹਾਂ ਵਾਲਾ ਆ ਜਾਏ, ਜਾਂ ਉਹ ਰੋਕ ਸਕਦਾ ਹੈ, ਤੇ ਜਾਂ ਇਹ ਸੁੱਤਾ ਹੋਇਆ ਕਾਨੂੰਨ ਜਾਗ ਪਵੇ ਕਿਤੇ, ਤਾਂ ਇਹ ਹੋ ਸਕਦਾ ਹੈ। ਇਸ ਕਰਕੇ ਬੁਰਾਈ ਕੀ ਹੈ? ਬੁਰਾਈ ਹੈ ਜਦੋਂ ਅਸੀਂ ਧਰਮ ਤੋਂ ਦੂਰੀ ਤੇ ਜਿਉਣ ਲੱਗ ਪੈਂਦੇ ਹਾਂ। 3 ਅਵਸਥਾਵਾਂ ਨੇ, ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਜੋ ਕੁਝ ਕਰਨਾ ਸੀ ਇਹਨਾਂ ਵਿੱਚ ਨਹੀਂ ਕੀਤਾ। ਹਜ਼ੂਰ ਦੇ 2 ਸ਼ਲੋਕ ਨੇ। ਸੱਚੇ ਪਾਤਸ਼ਾਹ ਜੀ ਬਚਨ ਕਰਦੇ, ਬਾਲ ਜਵਾਨੀ ਅਰ ਬਿਰਧ ਫੁਨ 3 ਅਵਸਥਾ ਜਾਨ। ਇਹ 3 ਅਵਸਥਾਵਾਂ ਨੇ। ਬਚਪਨ, ਇਹਦੇ ਤੋਂ ਅੱਗੇ ਜਵਾਨੀ ਹੈ, ਜਵਾਨੀ ਤੋਂ ਅੱਗੇ ਬੁਢੇਪਾ ਹੈ। ਇਹ 3 ਅਵਸਥਾਵਾਂ ਨੇ। ਸਾਹਿਬ ਕਹਿੰਦੇ, ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਵਾਹਿਗੁਰੂ ਦੇ ਭਜਨ ਤੋਂ ਬਿਨਾਂ, ਪਰਮਾਤਮਾ ਦੀ ਬੰਦਗੀ ਤੋਂ ਬਿਨਾਂ ਮਨੁੱਖ ਇਹਨਾਂ 3 ਹੀ ਅਵਸਥਾਵਾਂ ਦੇ ਵਿੱਚ ਹੰਕਾਰ ਦੀ ਮੈਲ ਨਾਲ ਭਰਿਆ ਜਾਂਦਾ ਹੈ। ਸੂਖਸ਼ਮ ਹੰਕਾਰ, ਜਿਹਨੂੰ ਮਾਣ ਕਿਹਾ ਹੈ, ਅੰਦਰ ਦਾ ਮਾਣ, ਉਹਦੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਦਿੰਦਾ ਹੈ, ਕਦੀ ਨਿਮਰਤਾ ਨਹੀਂ ਧਾਰਨ ਕਰਦਾ। ਫਿਰ ਸਾਹਿਬ ਕਹਿੰਦੇ, ਕਰਨੋ ਹੁਤੋ ਸੋ ਨਾ ਕੀਓ ਪਰਿਓ ਲੋਭ ਕੈ ਫੰਦ। ਇੱਥੇ ਜੋ ਕੁਝ ਕਰਨਾ ਸੀ, ਕਿਰਤ ਕਰਨੀ ਸੀ, ਕੰਮ ਕਰਨਾ ਸੀ, ਸੰਸਾਰ ਵਿੱਚ ਨਾਮ ਜਪਣਾ ਸੀ ਤੇ ਵੰਡ ਕੇ ਛਕਣਾ ਸੀ। ਇਹ 3 ਕੰਮ ਕਰਨੇ ਸਨ, ਪਰ 3 ਨਹੀਂ ਕੀਤੇ। ਨਾ ਕਿਰਤ ਸ਼ੁੱਧ ਕੀਤੀ। ਕਈ ਵਾਰੀ ਅਸੀਂ ਕਹਿੰਦੇ ਹਾਂ ਕਿਰਤ ਕਰਨਾ ਸਿੱਖੀ। ਕਿਰਤ ਕਿਵੇਂ ਦੀ ਇਹਦੇ ਉੱਤੇ ਖੜਾ ਹੈ। ਕੱਲੀ ਕਿਰਤ ਸਿੱਖੀ ਨਹੀਂ ਹੈ। ਕਿਰਤ ਕਰਨੀ ਸੀ ਸ਼ੁੱਧ, ਕੰਮ ਸ਼ੁੱਧ ਕਰਨਾ ਸੀ, ਇਮਾਨਦਾਰੀ ਨਾਲ ਕਰਨਾ ਸੀ। ਨਾਮ ਜਪਣਾ ਸੀ ਪਰਮਾਤਮਾ ਦਾ ਅੰਮ੍ਰਿਤ ਵੇਲੇ, ਉਹਦੇ ਨਾਲ ਪ੍ਰੀਤ ਪਾਉਣੀ ਸੀ। ਤੇ ਫਿਰ ਉਸ ਕਿਰਤ ਦੇ ਵਿੱਚੋਂ ਤੇ ਨਾਮ ਦੇ ਵਿੱਚੋਂ ਜਿਹੜੀਆਂ ਦਾਤਾਂ ਮਿਲਣੀਆਂ ਸਨ, ਉਹਨੂੰ ਸਾਂਝਾ ਕਰਨਾ ਸੀ, ਵੰਡ ਕੇ ਛਕਣਾ ਸੀ। ਜੇ ਕਿਸੇ ਕੋਲ ਜ਼ਿਆਦਾ ਹੈ, ਉਹਦੇ ਕੋਲੋਂ ਬੰਦਾ ਮੰਗ ਵੀ ਸਕਦਾ ਹੈ। ਜੇ ਆਪਣੇ ਕੋਲ ਜ਼ਿਆਦਾ ਆ ਗਿਆ ਤੇ ਦੂਜੇ ਨੂੰ ਹੈ ਕਿਸ ਦਾ, ਇੱਥੇ ਕੌਣ ਇਕੱਠਾ ਕਰੇਗਾ। ਇਸ ਕਰਕੇ ਇਹ ਕੰਮ ਨਾ ਕੀਤੇ ਤੇ ਲੋਭ ਦੀ ਫਾਹੀ ਵਿੱਚ, ਫੰਦੇ ਵਿੱਚ ਮਨੁੱਖ ਪੈ ਗਿਆ। ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਨਾਨਕ ਸਮਿਓ ਰਮ ਗਇਓ। ਸਮਿਓ ਦਾ ਅਰਥ ਹੈ ਵਕਤ, ਸਮਾਂ। ਰਮ ਸ਼ਬਦ ਦੇ ਅਰਥ ਨੇ ਲੰਘਣਾ। ਰਮ ਗਇਓ, ਨਿਕਲ ਗਿਆ। ਇਸੇ ਤਰ੍ਹਾਂ ਹੀ ਸੋਚਦਿਆਂ, ਵਿਚਾਰਦਿਆਂ, ਗਲਤ ਰਾਹਾਂ ਤੇ ਤੁਰਦਿਆਂ ਸਾਰੇ ਦਾ ਸਾਰਾ ਬਾਲ ਜਵਾਨੀ ਤੇ ਬਿਰਧ ਸਾਰੀ ਜ਼ਿੰਦਗੀ ਗੁਜ਼ਰ ਗਈ, ਨਿਕਲ ਗਈ। ਅਬ ਕਿਉਂ ਰੋਵਤ ਅੰਧ, ਹੇ ਅੰਨੇ ਮਨੁੱਖ ਹੁਣ ਕਿਉਂ ਰੋਂਦਾ ਹੈ। ਭਾਵ ਇਹਦੇ ਵਿੱਚ ਉਸ ਵਿਅਕਤੀ ਨੂੰ ਉਪਦੇਸ਼ ਹੈ ਜਿਹਦੇ ਕੋਲ ਅਜੇ ਬਚਪਨ ਹੈ, ਅਜੇ ਜਵਾਨੀ ਹੈ, ਔਰ ਅਜੇ ਬੁਢੇਪੇ ਦਾ ਪਹਿਲਾ ਹਿੱਸਾ ਹੈ। ਕਿਉਂਕਿ ਹਰ ਇੱਕ ਅਵਸਥਾਵਾਂ ਦੇ ਵੀ 2 ਹਿੱਸੇ ਨੇ। ਬਚਪਨ ਦੇ ਵੀ 2 ਹਿੱਸੇ ਨੇ। ਇੱਕ ਬਚਪਨ ਉਹ ਜਿਹੜਾ ਜਨਮ ਤੋਂ 8 ਸਾਲ ਤੱਕ ਹੈ, ਇੱਕ ਉਹ ਬਚਪਨ ਹੈ। ਇੱਕ ਬਚਪਨ ਜਿਹੜਾ ਫਿਰ ਅੱਗੇ ਥੋੜ੍ਹਾ ਜਿਹਾ ਸੁਚੇਤ, ਉਹਦੇ ਵਿੱਚ ਬੱਚਾ ਬਹੁਤ ਕੁਝ ਕਰ ਸਕਦਾ 8 ਤੋਂ 12 14 ਸਾਲ ਤੱਕ। ਜਵਾਨੀ ਦੇ ਵੀ 2 ਹਿੱਸੇ ਨੇ। 14 ਸਾਲ ਤੋਂ ਲੈ ਕੇ ਇੱਕ ਜਵਾਨੀ ਦਾ ਹਿੱਸਾ 30 ਤੱਕ, ਜਿਹਦੇ ਵਿੱਚ ਜਵਾਨੀ ਭਰਪੂਰ ਅਵਸਥਾ ਵਿੱਚ ਹੁੰਦੀ ਹੈ। ਪਰ 30 ਤੋਂ 40 ਤੱਕ ਵੀ ਜਵਾਨੀ ਮੰਨੀ ਗਈ ਹੈ। ਜਵਾਨੀ ਦਾ ਅੱਧ, ਪਿਛਲਾ ਅੱਧ ਹੈ। ਇਸੇ ਤਰ੍ਹਾਂ ਬੁਢੇਪਾ ਜਿਹੜਾ ਉਹ 40 ਤੋਂ 60 ਵੀ ਮੰਨਦੇ ਨੇ, ਪਰ ਉਸ ਬੁਢੇਪੇ ਦੇ ਵਿੱਚ ਜਵਾਨੀ ਦੇ ਅੰਸ਼ ਮੌਜੂਦ ਹੁੰਦੇ ਨੇ। ਬੰਦਾ ਉਹਦੇ ਵਿੱਚ ਕੰਮ ਕਰ ਸਕਦਾ ਹੈ। ਇੱਕ ਬੁਢੇਪਾ ਅਗਲਾ ਹੈ ਜਿਹੜਾ 60 ਤੋਂ 80 ਤੱਕ ਜਾਂਦਾ ਹੈ। ਉਹਦੇ ਵਿੱਚ ਵੀ ਬੰਦਾ ਕੁਝ ਨਾ ਕੁਝ ਕਰ ਸਕਦਾ ਹੈ। ਤੇ ਬੁਢੇਪੇ ਦੀ ਇੱਕ ਅਖੀਰਲੀ ਅਵਸਥਾ ਹੈ, ਜੀਰਨ ਅਵਸਥਾ, ਜੋ ਮੌਤ ਵਰਗੀ, ਮੌਤ ਤੋਂ ਵੀ ਭਿਆਨਕ ਹੈ। ਜਦੋਂ ਕਿਤੇ
ਸਵਾਸ ਅਜੇ ਰਹਿੰਦੇ ਨੇ ਤੇ ਸਰੀਰ ਜਵਾਬ ਦੇ ਜਾਂਦਾ ਹੈ। ਉਸ ਵੇਲੇ ਫਿਰ ਕਰਨਾ ਔਖਾ ਹੈ। ਸਤਿਗੁਰੂ ਇਸ ਮਿਲੇ ਹੋਏ ਜੀਵਨ ਦੇ ਵਿੱਚ ਉੱਚੇ ਸੁੱਚੇ ਜੀਵਨ ਨੂੰ ਢਾਲਣ ਦਾ ਉਪਦੇਸ਼ ਦੇ ਰਹੇ ਨੇ। ਗੁਰੂ ਤੇਗ ਬਹਾਦਰ ਸਾਹਿਬ ਪਰਮਾਤਮਾ ਦੇ ਭਜਨ ਦਾ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਆਓ ਆਪਾਂ ਹੁਣ ਅਰਦਾਸ ਆਨੰਦ ਸਾਹਿਬ ਦੀ ਬਾਣੀ ਪੜ੍ਹੀਏ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।